1,28,000 ਦੇ ਤਕਰੀਬਨ ਐਵਰੇਜ ਆਈ ਆ ਤੇ 1,54,000 ਨਵੇਂ ਕੇਸ ਆ ਜਿਹੜੇ ਅਮਰੀਕਾ ਦੇ ਵਿੱਚ ਦਰਜ ਕੀਤੇ ਗਏ ਆ। ਇੱਕ ਬੜਾ ਬੁਰਾ ਦੌਰ ਅਮਰੀਕਾ ਦੇ ਲੋਕਾਂ ਨੇ ਝੱਲਿਆ ਜਦੋਂ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੀ ਗੱਲ ਹੈ, ਜਦੋਂ 13 ਦਸੰਬਰ ਨੂੰ 50 ਮਿਲੀਅਨ ਤੱਕ ਪਹੁੰਚ ਗਏ ਸੀਗੇ ਕੋਵਿਡ ਦੇ ਜਿਹੜੇ ਕੇਸਿਸ ਸੀਗੇ। 9 ਜਨਵਰੀ ਨੂੰ ਤਾਂ ਫਿਰ ਜਿਹੜੀ ਹੈ ਉਹ 60 ਮਿਲੀਅਨ ਪਾਰ ਕਰ ਗਿਆ, 21 ਜਨਵਰੀ ਨੂੰ 70 ਮਿਲੀਅਨ ਪਾਰ ਕਰ ਗਿਆ ਤੇ ਫਰਵਰੀ ਲੰਘੀ ਤੇ ਫਿਰ 29 ਮਾਰਚ ਨੂੰ, ਫਰਵਰੀ ਦੇ ਵਿੱਚ ਥੋੜਾ ਕੰਟਰੋਲ ਹੋਇਆ। 29 ਮਾਰਚ ਨੂੰ ਜਿਹੜੀ ਅਮਰੀਕਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਸੀ ਉਹ ਰਾਜੀ 80 ਮਿਲੀਅਨ ਨੂੰ ਪਾਰ ਕਰ ਗਈ ਸੀਗੀ। ਹੂੰ, ਹੂੰ, ਸੋ ਹੂੰ। ਜਿਸ ਤਰੀਕੇ ਨਾਲ ਮੈਡੀਕਲ ਰਿਪੋਰਟਸ ਨੇ, ਕਿਉਂਕਿ ਇਹ ਜਿਹੜੀਆਂ ਇਸ ਤਰੀਕੇ ਦੇ ਮਹਾਂਮਾਰੀਆਂ ਹੁੰਦੀਆਂ ਨੇ ਜਾਂ ਇਸ ਤਰੀਕੇ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਤੁਹਾਡੇ ਆਪ ਦੇ ਜਿਹੜੇ ਅੰਦਾਜ਼ੇ ਹੁੰਦੇ ਨੇ, ਆਪ ਦੇ ਜਿਹੜੇ ਤੁਹਾਡੇ ਕਿਆਫੇ ਹੁੰਦੇ ਨੇ ਉਹ ਨਹੀਂ, ਪਰ ਇਹਦੇ 'ਚ ਇਹੀ ਰਿਕਮੈਂਡ ਕੀਤਾ ਜਾਂਦਾ ਕਿ ਤੁਸੀਂ ਜੇ ਕੁਛ ਫੋਲੋ ਕਰਨਾ ਤਾਂ ਉਹ ਹੈ ਮੈਡੀਕਲ ਐਡਵਾਈਜ਼ਰੀ, ਜੋ ਤੁਹਾਨੂੰ ਮੈਡੀਕਲ ਕਹਿ ਰਿਹਾ ਕਿ ਜਨਤਕ ਥਾਵਾਂ ਤੇ ਨਾ ਨਿਕਲੋ, ਸਪਰੈਡਰ ਨਾ ਬਣੋ। ਜੇ ਤੁਸੀਂ ਲੱਗਦਾ ਹੈ ਤੁਹਾਨੂੰ ਕਿ ਮੇਰਾ ਸਰੀਰ ਠੀਕ ਨਹੀਂ ਹੈ, ਤਾਂ ਆਪਦੇ ਪਰਿਵਾਰ ਦੇ ਨਾਲ ਜਾਣਕਾਰੀ ਸਾਂਝੀ ਕਰਕੇ ਘੱਟੋ ਘੱਟ ਆਪਣੇ ਆਪ ਨੂੰ ਤੁਸੀਂ ਆਪਣੇ ਘਰ ਦੇ ਅੰਦਰ ਹੀ ਮਹਿਦੂਦ ਕਰ ਲਓ। ਸਪਰੈਡਰ ਬਣਨਾ ਬੜਾ ਖਤਰਨਾਕ ਹੈ, ਕਿਉਂਕਿ ਹੂੰ, ਹੂੰ, ਇਹ ਹੂੰ। ਐਸੀ ਬਿਮਾਰੀ ਹੈ ਰਾਜ ਜੀ, ਜਿਹੜੀ ਤੁਹਾਡੇ ਮਿਹਦੇ, ਤੁਹਾਡੇ ਅੰਦਰਲਾ ਜੋ ਢਾਂਚਾ ਹੈ ਉਹ ਕਿੰਨਾ ਮਜ਼ਬੂਤ ਆ, ਉਹਨੇ ਲੜਨਾ ਇਹਦੇ ਨਾਲ ਹੂੰ, ਹੂੰ, ਬੇਸਿਕਲੀ। ਹੂੰ, ਹੂੰ। ਤੇ ਇਹਦੇ ਵਿੱਚ ਬਿਲਕੁਲ ਸਹੀ ਗੱਲ ਪ੍ਰਵੀਨ, ਮੈਂ ਸੌਰੀ ਮੈਂ ਇਸਦੇ ਜੀ, ਵਿੱਚ ਜੀ, ਜੀ, ਜੇ ਜੀ, ਮੈਂ ਕੋਈ ਗੱਲ ਗੱਲ ਨਹੀਂ। ਨੂੰ ਐਡ ਕਰਦਾ ਜਾਵਾਂ, ਹੁਣ ਹਾਂਜੀ। ਏਦਾਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨਾਲ ਦੇ ਨਾਲ ਪੈਰਲਲੀ ਚੱਲ ਰਹੀਆਂ ਆ। ਹੂੰ, ਤੁਸੀਂ ਕਿਤੇ ਜਾਓ, ਕਿਸੇ ਨਾਲ ਗੱਲ ਕਰ ਲਓ, ਕੋਈ ਡਾਇਬਟੀਜ਼ ਦਾ ਸ਼ਿਕਾਰ ਆ, ਕੋਈ ਬਿਲਕੁਲ। ਬੀਪੀ ਦਾ ਜਿਹੜਾ ਸ਼ਿਕਾਰ ਆ, ਕੋਈ ਜਿਹੜਾ ਉਹ ਦਿਲ ਦਾ ਜਿਹੜਾ ਉਹ ਮਰੀਜ਼ ਹੈਗਾ ਆ। ਹੂੰ, ਈਵਨ ਦੋ ਵੈਕਸੀਨਸ ਲੱਗੀਆਂ ਜੋ ਕਿ ਤੁਹਾਡੀ ਇਸ ਬਿਮਾਰੀ ਨਾਲ ਲੜਨ ਦੀ ਸ਼ਕਤੀ ਨੂੰ ਕਹਿੰਦੇ ਵਧਾਉਂਦਾ ਆ। ਹੂੰ, ਵੈਕਸੀਨਸ ਦੇ ਨਾਲ ਮਕਸਦ ਤਾਂ ਉਹਨਾਂ ਦਾ ਇਹੀ ਸੀਗਾ। ਪਰ ਇਹ ਜਿਹੜਾ BA.5 ਵੇਰੀਐਂਟ ਆ, ਓਮੀਕਰੋਨ ਦਾ ਹੀ ਜਿਹੜਾ ਇੱਕ ਹੋਰ ਵੇਰੀਐਂਟ ਇਹ ਆਇਆ ਆ, ਉਹ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਹੈਗਾ ਆ। ਸੋ ਆਪਾਂ ਦੇਖਦੇ ਹਾਂ ਹੁਣ ਇਕੱਠ ਵੀ ਹੁੰਦੇ ਆ, ਸਾਰੇ ਪਾਸੇ ਪ੍ਰੋਗਰਾਮਸ ਵੀ ਹੁੰਦੇ ਆ। ਜਿਹਨਾਂ ਨੂੰ ਜਿੱਦਾਂ ਲੱਗਦਾ ਨਾ ਵੀ ਕੋਈ ਨਜ਼ਲਾ ਜਾਂ ਗਲੇ ਦੀ ਜੇ ਤਾਂ ਹੁਣ ਤੁਹਾਡਾ ਵਾਕਿਆ ਹੀ ਸਵਾਦ ਤੇ ਸੁੰਘਣ ਦੀ ਸ਼ਕਤੀ ਗਈ ਹੈ ਤਾਂ ਮਤਲਬ ਫਿਰ ਹੋ ਗਿਆ ਆ। ਸੋ ਆਪਾਂ ਜੀ। ਆਪਣੇ ਆਪ ਨੂੰ ਬਚਾਈਏ, ਦੂਜਿਆਂ ਨੂੰ ਜਿਹੜਾ ਉਹ ਬਚਾ ਕੇ ਰੱਖੀਏ। ਇਹ ਨਾ ਸੋਚੋ ਵੀ ਹੁਣ ਅਸੀਂ ਜਾਣ ਕੇ ਜਿਹੜਾ ਸ਼ੋਅ ਕਰਕੇ ਤੁਹਾਨੂੰ ਡਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਵੀ ਨਹੀਂ ਭਾਈ, ਵੀ ਕੋਈ ਅਸੀਂ ਨਹੀਂ ਚਾਹੁੰਦੇ ਵੀ ਭਾਈ ਮਾਸਕ ਵਾਲਾ ਕੰਮ ਦੁਬਾਰਾ ਆਵੇ। ਸਾਰੇ ਜਾਣੇ ਮਸੀਂ ਜਿਹੜੇ ਉਹ ਕੋਸ਼ਿਸ਼ ਆ, ਬਿਜ਼ਨਸਿਸ ਬੰਦ ਹੋਏ, ਆਪਾਂ ਨੂੰ ਦੇਖਿਆ ਵੀ ਕਿੰਨਾ ਨੁਕਸਾਨ ਬਿਜ਼ਨਸ ਵਾਲਿਆਂ ਨੂੰ ਵੀ, ਇੰਪਲੋਈਜ਼ ਨੂੰ ਵੀ, ਇੰਪਲੋਇਰਸ ਨੂੰ ਵੀ ਜਿਹੜਾ ਉਹ ਝੱਲਣਾ ਪਿਆ। ਉਸ ਦਾ ਸਾਰਾ ਅਸਰ ਆਪਾਂ ਅਰਥਚਾਰੇ ਦੇ ਉੱਤੇ ਦੇਖਿਆ। ਉਹ ਵੀ ਗੱਲਾਂ ਜਿਹੜੀਆਂ ਆਪਣੇ ਜਿਹੜੇ ਉਹ ਸਾਹਮਣੇ ਆ। ਵੈਕਸੀਨਸ ਤੁਸੀਂ ਲਗਵਾਉਣੀ ਨਹੀਂ ਲਗਵਾਉਣੀ, ਉਹ ਹਰ ਇੱਕ ਦਾ ਆਪੋ ਆਪਣਾ ਨਿੱਜੀ ਜਿਹੜਾ ਆ ਉਹ ਫੈਸਲਾ ਆ। ਲੋਕ ਕਹਿੰਦੇ ਆ ਵੀ ਆਪਾਂ ਨੂੰ ਏਦਾਂ ਕਰਨਾ ਵੀ ਸਾਡੀ ਮਰਜ਼ੀ ਆ। ਪਰ ਹੁਣ ਕਹਿੰਦੇ ਆ ਵੀ ਜੇ ਬਹੁਤਿਆਂ ਦਾ ਜੇ ਦੇਖਿਆ ਜਾਵੇ ਵੀ ਖਾਸ ਕਰਕੇ ਉਸ ਵਰਗ ਨੂੰ ਬਚਾਉਣਾ ਜਿਹੜੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਲੜਨ ਦੀ ਸ਼ਕਤੀ ਇੰਨੀ ਨਹੀਂ ਆ, ਉਹਨਾਂ ਨੂੰ ਬਚਾਉਣ ਦੇ ਲਈ ਕਈ ਵਾਰੀ ਆਪ ਟੀਕਾ ਵੀ ਕਹਿੰਦੇ ਵੀ ਲਵਾਉਣਾ ਪੈ ਸਕਦਾ। ਕਈਆਂ ਨੇ ਏਦਾਂ ਇਸ ਵਿਚਾਰ ਦੇ ਉੱਤੇ ਜਿਹੜਾ ਉਹ ਲਗਵਾਇਆ ਵੀ ਆ। ਜਾਂ ਕਿਸੇ ਨੇ ਟਰੈਵਲ ਕਰਨਾ ਸੀ, ਉਹਨਾਂ ਨੇ ਰਿਕੁਆਇਰਮੈਂਟਾਂ ਹੀ ਰੱਖੀਆਂ ਸੀਗੀਆਂ ਵੀ ਤੁਹਾਨੂੰ ਲਗਵਾਉਣਾ ਪੈਣਾ ਆ ਤੇ ਫਿਰ ਤੁਸੀਂ ਏਦਾਂ ਜਿਹੜਾ ਕਰੋਗੇ। ਸੋ ਉਹਦੇ ਵਿੱਚ ਜਿਹੜੀ ਇਹਦੇ ਵਿੱਚ ਚਿੰਤਾ ਵਾਲਾ ਆਂਕੜਾ ਪ੍ਰਵੀਨ ਉਹ ਇਹੀ ਆ ਵੀ ਜੀ। ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੋ ਰਹੇ ਨੇ ਲੋਕ, ਹੂੰ, ਉਹ ਆਂਕੜਾ ਜਿਹੜਾ ਉਹ ਵਧਿਆ ਹੈਗਾ ਆ। ਸੋ ਇਹਦਾ ਮਤਲਬ ਆ ਵੀ ਇਹ ਕਈਆਂ ਨੂੰ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਫਿਰ ਬਿਮਾਰ ਕਰ ਸਕਦਾ ਆ। ਤੇ ਪਿਛਲੀ ਵਾਰੀ ਆਪਾਂ ਦੇਖਿਆ ਮਾਰੋ ਮਾਰ ਪਈ ਸੀ ਵੀ ਜਦੋਂ ਹੂੰ, ਇਹ ਪੂਰਾ ਸਿਖਰਾਂ ਦੇ ਉੱਤੇ ਸੀਗਾ ਕੋਵਿਡ ਦਾ ਜਿਹੜਾ ਉਹ ਦੌਰ। ਵੈਂਟੀਲੇਟਰ ਦੇ ਲਈ ਹਸਪਤਾਲ ਦੇ ਵਿੱਚ ਜਾਣਾ, ਉਦੋਂ ਲੋਕਾਂ ਨੇ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਭਾਈ ਇਹ ਤਾਂ ਬਈ ਮੌਤ ਦੇ ਮੂੰਹ 'ਚ ਚੱਲਾ ਆ। ਵੀ ਉੱਥੇ ਜਿਹੜੇ ਕੰਮ ਕਰਨ ਵਾਲੇ ਆ ਉਹ ਵੀ ਤੰਗ ਪਰੇਸ਼ਾਨ, ਉਹ ਵੀ ਥੱਕੇ ਟੁੱਟੇ, ਉੱਤੋਂ ਪੂਰੀਆਂ ਸਹੂਲਤਾਂ ਜਿਹੜੀਆਂ ਉਹ ਚੰਗੀ ਤਰੀਕੇ ਦੇ ਨਾਲ ਨਾ ਮਿਲਣੀਆਂ। ਸੋ ਕਈ ਕੁਛ ਐਡ ਜਿਹੜਾ ਹੋਇਆ, ਉਹਨਾਂ ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ, ਅਣਥੱਕ ਮਿਹਨਤ 2 ਸਾਲ ਜਿਹੜੇ ਜੀ। ਹਸਪਤਾਲ ਦੇ ਕਰਮਚਾਰੀਆਂ ਨੇ, ਡਾਕਟਰ, ਨਰਸ, ਜੈਨੀਟਰ ਸਾਰਿਆਂ ਨੇ ਉੱਥੇ ਜਿਹੜਾ ਉਹ ਕੰਮ ਕੀਤਾ। ਉਹ ਓਵਰਵਰਕ ਜਿਹੜੇ ਹੋ ਗਏ, ਬੱਸ ਉਹਨਾਂ ਦੀ ਹੋ ਗਈ। ਫਿਰ ਵੱਡੇ ਪੱਧਰ ਦੇ ਉੱਤੇ ਵਿਚਾਰੇ ਤੰਗ ਆ ਕੇ ਉਹਨਾਂ ਨੇ ਰਿਜ਼ਾਈਨ ਵੀ ਜਿਹੜੇ ਕਿਤੇ ਵੀ ਭਾਈ ਅਸੀਂ ਹੁਣ ਇੰਨੀ ਮੌਤ, ਇੰਨਾ ਕੁਛ ਦੇਖ ਲਿਆ ਆ, ਬੱਸ ਹੂੰ, ਹੋ ਗਈ ਆ ਸਾਡੀ। ਸੋ ਆਪਾਂ ਓਦਾਂ ਦੀ ਨੌਬਤ ਦੇ ਵਿੱਚ ਨਾ ਪਹੁੰਚੀਏ, ਇਸ ਲਈ ਆਪਾਂ ਜਿਹੜੇ ਕੁਛ ਪ੍ਰੀਕਾਸ਼ਨਸ ਆ ਉਹਨਾਂ ਨੂੰ ਲੈਂਦੇ ਰਹੀਏ, ਉਹ ਕਰੀਏ।
ਤਾਂ ਜੋ ਭਾਈ ਉਹ ਉੱਦਾਂ ਦੀ ਫਿਰ ਨੌਬਤ ਜਿਹੜੀ ਉਹ ਨਾ ਹੋਵੇ। ਹਰਜੋਤ ਸਿੰਘ ਜੀ ਦੱਸ ਰਹੇ ਸੀ ਆਪਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰਵੀਨ ਵੀ ਕਿਸੇ ਦੇ ਵਿਆਹ ਦੇ ਉੱਤੇ ਉਹਨਾਂ ਨੂੰ ਜਿਹੜੀ ਗੱਲ ਕਿਸੇ ਨੇ ਦੱਸੀ ਵੀ ਵਿਆਹ ਦੇ ਵਿੱਚ ਕੁਛ ਜਣੇ ਬਿਮਾਰ ਸੀ, ਉਹਨਾਂ ਨੇ ਦੂਜਿਆਂ ਦੇ ਨਾਲ ਉਹ ਗੱਲ ਸਾਂਝੀ ਨਹੀਂ ਕੀਤੀ ਤੇ ਜਿੰਨੀ ਦੇਰ ਤੱਕ ਸਾਰੇ ਪ੍ਰੋਗਰਾਮ ਜਾਗੋ, ਵਿਆਹ, ਰਿਸੈਪਸ਼ਨ ਹੋ ਕੇ ਹਟਿਆ ਤੇ ਉਦੋਂ ਤੱਕ ਕਈ ਜਾਣੇ ਜਿਹੜੇ ਦਰਜਨਾਂ ਹੀ ਲੋਕ ਉਸਦੇ ਕਰਕੇ ਬਾਅਦ ਚ ਬਿਮਾਰ ਹੋ ਗਏ। ਸੋ ਕਈਆਂ ਦੇ ਲਈ ਉਹ ਨੁਕਸਾਨਦੇਹ ਵੀ ਜਿਹੜਾ ਉਹ ਹੋ ਸਕਦਾ ਹੈ। ਸੋ ਤੁਸੀਂ ਵੀ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਇਸ ਦੇ ਬਾਬਤ ਕਰ ਸਕਦੇ ਆ ਵੀ ਕਿੱਦਾਂ ਦੇ ਪ੍ਰੀਕਾਸ਼ਨਸ, ਕਿੱਦਾਂ ਦੇ ਧਿਆਨ ਰੱਖਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਇਹ ਹੁਣ ਇੱਕ ਆਈ ਚਲਾਈ ਵਾਲੀ ਜਿਹੜੀ ਗੱਲ ਆ ਉਹ ਬਣ ਗਈ ਹੈਗੀ ਆ ਵੀ ਆਪਾਂ ਇਸ ਨੂੰ ਗੰਭੀਰਤਾ ਨਾਲ ਲਈਏ ਨਾ ਲਈਏ। ਕੀ ਤੁਹਾਡੇ ਜੋ ਵੀ ਤੁਹਾਡੇ ਮਨ ਦੇ ਵਿਚਾਰ ਆ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਪ੍ਰਵੀਨ ਜੀ ਨੰਬਰ ਹੈ 408 272 ਜੀ 5200। ਹਾਂਜੀ ਬਿਲਕੁਲ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਆਪਾਂ ਇਹ ਚਰਚਾ ਕਰ ਰਹੇ ਹਾਂ ਕਿ ਕੋਵਿਡ ਦੇ ਬਾਰੇ, ਅੱਜ ਨਿਊਯਾਰਕ ਟਾਈਮਜ਼ ਨੇ ਇੱਕ ਖਬਰ ਲਾਈ ਹੈ ਤੇ ਉਹ ਖਬਰ ਦੀ ਜਿਹੜੀ ਹੈਡਲਾਈਨ ਹੈ, ਉਹ ਆਪਦੇ ਆਪ ਦੇ ਵਿੱਚ ਹੀ ਖਬਰ ਦੇ ਬਾਰੇ ਜਿਹੜੀ ਚਿੰਤਾ ਜ਼ਾਹਰ ਕਰਦੀ ਹੈ। ਉਹ ਹੈਡਲਾਈਨ ਇਹ ਗੱਲ ਕਹਿੰਦੀ ਹੈ ਕਿ ਦ ਲੇਟੈਸਟ ਕੋਵਿਡ ਸਰਜ ਵੀ ਲੁੱਕ ਇਟ ਐਟ ਵਾਟ ਇਟ ਮੀਨਸ ਫॉर ਦ ਕੰਟਰੀ। ਮਤਲਬ ਹੈਡਲਾਈਨ ਹੀ ਤੁਹਾਨੂੰ ਦੱਸਦੀ ਹੈ ਕਿ ਕੋਵਿਡ ਦਾ ਹੁਣ ਜਿਹੜਾ ਅਗਲਾ ਵੇਰੀਐਂਟ ਦੀ ਚਰਚਾ ਉਹਨੇ ਕੀਤੀ ਹੈ। ਤੇ ਇਹਦੇ ਲਈ ਸਪਰੈਡਰ ਵਾਲੀ ਗੱਲ ਤਾਂ ਆਪਾਂ ਕਰ ਹੀ ਚੁੱਕੇ ਹਾਂ ਕਿ ਸਪਰੈਡਰ ਬਣਨ ਤੋਂ ਬਚੋ, ਸਪਰੈਡਰ ਬਣਨ ਤੋਂ ਤੁਸੀਂ ਫੇਰ ਹੀ ਬਚੋਗੇ ਜੇ ਪਹਿਲਾਂ ਆਪਦਾ ਟਿਕਾ ਕਰੋਗੇ। ਜੇ ਤੁਸੀਂ ਆਫ ਦੀ ਰਿਕਾਰਡ ਲੋਕਾਂ ਨਾਲ ਗੱਲ ਕਰਦੇ ਹੋ ਤਾਂ ਉਹ ਇਹ ਗਾਹੇ ਬਗਾਹੇ ਤੁਹਾਨੂੰ ਇਹ ਗੱਲ ਜ਼ਰੂਰ ਕਹਿੰਦੇ ਵੀ ਤੁਹਾਨੂੰ ਹੁਣ ਮਾਸਕ ਦਿਖਣ ਲੱਗ ਪਏ ਆ। ਤੁਸੀਂ ਹੂੰ, ਮਾਲ ਜਾਂਦੇ ਹੋ, ਆਸੇ ਪਾਸੇ ਦੇਖਦੇ ਹੋ ਤਾਂ ਤੁਹਾਨੂੰ ਮਾਸਕ ਹੁਣ ਦਿਖਣ ਲੱਗ ਪਿਆ। ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਹੈ ਕਿ ਹੁਣੇ ਤੋਂ ਬਚਿਆ ਜਾਵੇ। ਹੁਣੇ ਤੋਂ BA.5 ਜਿਹੜਾ ਸਬ ਵੇਰੀਐਂਟ ਆ, ਉਹ ਰਿਪੋਰਟ ਕੀਤਾ ਜਾ ਰਿਹਾ ਕਿ ਹੁਣ ਜਿਹੜਾ ਕੋਵਿਡ ਦਾ BA.5 ਸਬ ਵੇਰੀਐਂਟ ਆ, ਉਹਨੇ ਹੁਣ ਸ਼ਾਇਦ ਦਸਤਕ ਜਿਹੜੀ ਹੈ ਦੇ ਦਿੱਤੀ ਹੈ। ਤੇ ਇਸ ਤੱਕ ਕਿ ਜਿਹੜੀ ਇਹ ਰਿਪੋਰਟ ਦੀ ਮੈਂ ਕੋਟ ਕੀਤੀ ਆ, ਉਸ ਰਿਪੋਰਟ ਦੇ ਵਿੱਚ ਜਿਹੜੇ US ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਜਿਹੜੀ ਮੈਡੀਕਲ ਟੀਮ ਦੇ ਵੀ ਇੱਕ ਬੰਦੇ ਦਾ ਜਿਹੜਾ ਵਰਸ਼ਨ ਆ ਉਹ ਪਾਇਆ ਹੋਇਆ। ਉਹ ਰਿਪੋਰਟ ਦੇ ਵਿੱਚ ਹੋਰ ਵੀ ਕਈ ਤੱਥ ਉਹਨਾਂ ਨੇ ਆਸੇ-ਪਾਸੇ ਲੈ ਉਹ ਕੇ ਖੁਦ ਸਾਡੇ ਰਾਸ਼ਟਰਪਤੀ ਪ੍ਰਵੀਨ ਉਹ ਆਪ ਕੋਵਿਡ ਪੀੜਤ ਇਸ ਟਾਈਮ ਨੇ। ਉਹ ਹਾਂਜੀ, ਆਪ ਬਾਈਡਨ ਜਿਹੜੇ ਉਹ ਪੋਜ਼ਿਟਿਵ ਹੋਏ ਨੇ ਤੇ ਜ਼ੂਮ ਤੇ ਫੋਨ ਦੇ ਨਾਲ ਬਾਕੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ। ਸੋ ਇਹਦੇ ਵਿੱਚ ਪ੍ਰਵੀਨ ਮੈਂ ਐਡ ਕਰਦਾ ਜਾਵਾਂ ਵੀ ਪ੍ਰੋਬਲਮ ਕੀ ਹੁੰਦੀ ਆ ਵੀ ਚਲੋ ਜਦੋਂ ਪਹਿਲੋਂ ਕੋਵਿਡ ਹੋਇਆ ਨਾ, ਜੀ, ਉਦੋਂ ਛੁੱਟੀ ਲੈਣ ਵਾਲੀ ਗੱਲ, ਤੁਸੀਂ ਅਨਇੰਪਲੋਇਮੈਂਟ ਲੈ ਸਕਦੇ ਸੀ, ਹੋਰ ਕਈ ਕੁਛ ਉਹ ਚੀਜ਼ਾਂ ਜਿਹੜੀਆਂ ਸਹੂਲਤਾਂ ਉਸ ਟਾਈਮ ਦੇ ਉੱਤੇ ਜੀ, ਮਿਲੀਆਂ। ਜੋ ਹੁਣ ਨਜ਼ਰ ਆ ਰਿਹਾ ਲੱਗਦਾ ਵੀ ਉਹ ਚੀਜ਼ਾਂ ਨਹੀਂ ਹੁਣ ਹੋਣੀਆਂ ਵੀ ਜਿੱਦਾਂ ਪਹਿਲਾਂ ਚੈੱਕ ਮਿਲ ਗਏ, ਉਹਨਾਂ ਨੇ ਹੂੰ, ਡਾਲਰ ਦੇ ਤੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਵੀ ਜਿਹੜੀਆਂ ਉਹ ਸਹੂਲਤਾਂ ਦਿੱਤੀਆਂ। ਬਿਲੀਅਨਸ ਆਫ ਡਾਲਰ ਦੇ, ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਇਹਨਾਂ ਨੇ ਨਵੇਂ ਨੋਟ ਛਾਪੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੇ ਉਹ ਵੰਡੇ। ਹੁਣ ਕਿਸੇ ਨੇ ਵੀ ਉਸ ਚੀਜ਼ ਦੇ ਲਈ ਐਗਰੀ ਨਹੀਂ ਹੋਣਾ ਕਿਉਂਕਿ ਇਲੈਕਸ਼ਨ ਈਅਰ ਹੈਗਾ ਆ। ਕੋਈ ਵੀ ਹੂੰ, ਫਿਜ਼ੀਕਲ ਰਿਸਪੋਂਸਿਬਿਲਿਟੀ ਯਾਨੀ ਕਿ ਅਰਥਚਾਰੇ ਦੇ ਉੱਤੇ ਜਿਹੜਾ ਉਹ ਭਾਰ ਪਵੇ ਇਨਫਲੇਸ਼ਨ ਦੇ ਦੌਰਾਨ, ਮਹਿੰਗਾਈ ਦੇ ਦੌਰਾਨ, ਰਿਸੈਸ਼ਨ ਦੇ ਦੌਰਾਨ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ, ਉਦੋਂ ਕਿਸੇ ਨੇ ਹਾਮੀ ਨਹੀਂ ਭਰਨੀ ਪੋਲੀਟੀਸ਼ੀਅਨ ਨੇ ਵੀ ਏਦਾਂ ਕਰੀਏ ਜਾਂ ਕਿੱਦਾਂ ਕਰੀਏ। ਸੋ ਆਪਾਂ ਨੂੰ ਖੁਦ ਦਾ ਜਿਹੜਾ ਉਹ ਬਚਾਅ ਰੱਖਣਾ ਪੈਣਾ। ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਆ, ਜੇ ਕਿਸੇ ਨੂੰ ਹੋ ਜਾਂਦਾ ਆ ਨਾ ਜੀ, ਭਾਈ ਉਹ ਦੱਸ ਦਿਆ ਕਰੇ। ਉਹ ਹੂੰ, ਜ਼ਰੂਰ ਦੱਸ ਦੇਵੇ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਅਗਲੇ ਬੰਦੇ ਨੇ ਕਿਸੇ ਨੇ ਟੀਕਾ ਲਗਵਾਇਆ ਆ ਜਾਂ ਨਹੀਂ ਲਗਵਾਇਆ, ਵੀ ਉਹ ਇਹਦੀ ਮਾਰ ਝੱਲਣ ਦੇ ਕਾਬਿਲ ਹੈਗਾ ਆ ਜਾਂ ਨਹੀਂ ਹੈਗਾ। ਬਹੁਤਾ ਜ਼ੋਰ ਤਾਂ ਜਿਹੜਾ ਇਸ ਦੇ ਵਿੱਚ ਤੁਹਾਡੀ ਸਰੀਰ ਦੇ ਇਮਿਊਨ ਸਿਸਟਮ ਦਾ ਆ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਤੁਹਾਡੇ ਇਰਦ-ਗਿਰਦ ਜਿਹੜੇ ਜਿਨ੍ਹਾਂ ਦਾ ਇਮਿਊਨ ਸਿਸਟਮ ਇੰਨਾ ਤਗੜਾ ਨਹੀਂ ਹੁੰਦਾ, ਇੰਨਾ ਸਟਰੋਂਗ ਨਹੀਂ ਹੁੰਦਾ। ਸੋ ਆਪਾਂ ਇੱਕ ਚੰਗੇ ਗਵਾਂਢੀ ਬਣ ਕੇ ਇਸ ਦੇ ਵਿੱਚ ਵਿਚਰੀਏ ਤਾਂ ਜੋ ਬਾਕੀ ਵੀ ਇਸ ਦੇ ਵਿੱਚ ਉਹਨਾਂ ਦਾ ਬਚਾਅ ਹੋਵੇ। ਜੇ ਤੁਹਾਨੂੰ ਹੋ ਜਾਂਦਾ ਹੈ, ਜਿਨ੍ਹਾਂ ਦੇ ਨਾਲ ਤੁਸੀਂ ਪਿਛਲੇ ਕੁਛ ਦਿਨਾਂ 'ਚ ਮਿਲੇ ਆ, ਤਾਂ ਭਾਈ ਉਹਨਾਂ ਨੂੰ ਜਿਹੜਾ ਦੱਸ ਜ਼ਰੂਰ ਦੇਵੋ। ਉਹ ਆਪਣਾ ਤੇ ਆਪਣੇ ਜਿਹੜੇ ਪਰਿਵਾਰ ਦੇ ਜਿਹੜੇ ਜੀਅ ਆ, ਜਿਨ੍ਹਾਂ 'ਚ ਬਜ਼ੁਰਗ ਵੀ ਹੋ ਸਕਦੇ, ਛੋਟੇ ਬੱਚੇ ਵੀ ਆ, ਬਿਲਕੁਲ, ਨੌਜਵਾਨ ਵੀ ਆ, ਵੀ ਉਹਨਾਂ ਨੂੰ ਉਹ ਦੱਸ ਸਕਣ ਤਾਂ ਜੋ ਖੁਦ ਆਪਣਾ ਜਿਹੜਾ ਉਹ ਬਚਾਅ ਜਿਹੜਾ ਉਹ ਰੱਖਣ। ਕੋਈ ਵੀ ਨਹੀਂ ਚਾਹੁੰਦਾ ਪ੍ਰਵੀਨ ਵੀ ਹੁਣ ਇਹ ਦੁਬਾਰਾ ਕੋਈ ਜਿਹੜਾ ਇਹ ਵਧੇ ਤੇ ਨੁਕਸਾਨ ਹੋਵੇ। 1 ਮਿਲੀਅਨ ਦੇ ਤਕਰੀਬਨ ਅਮਰੀਕਾ ਦੇ ਵਿੱਚ ਉਸ ਤੋਂ ਵੱਧ ਜਿਹੜੇ ਆંકੜੇ ਕਹਿੰਦੇ ਆ ਵੀ ਮੌਤਾਂ ਇਸ ਦੇ ਕਰਕੇ, ਇਹਨਾਂ ਕਾਰਨਾਂ ਦੇ ਕਰਕੇ ਜਿਹੜੀਆਂ ਉਹ ਹੋਈਆਂ ਨੇ। 1 ਮਿਲੀਅਨ ਬਹੁਤ ਵੱਡਾ ਆંકੜਾ ਆ। 9/11 ਦੇ ਹੂੰ, ਹਮਲੇ ਦੇ ਵਿੱਚ 4000 ਦੇ ਤਕਰੀਬਨ ਮੌਤਾਂ ਹੋਈਆਂ ਸੀ ਤੇ 20 ਸਾਲ ਆਪਾਂ ਅਫਗਾਨਿਸਤਾਨ 'ਚ
ਲੜਾਈ ਲੜੀ ਆ। 1 ਜੀ, ਮਿਲੀਅਨ ਇਹਦੇ ਕਰਕੇ ਆਲਰੇਡੀ ਆਪਣੇ ਜੀ ਜਿਹੜੇ ਉਹ ਗਵਾ ਚੁੱਕੇ ਆ। ਸੋ ਇਦਾਂ ਆ। ਹੁਣ ਐਕਚੁਅਲੀ ਇਦਾਂ ਨਾਲ ਆ ਨਾ ਵੀ ਫਲੂ ਸੀਜ਼ਨ, ਉਹ ਸਾਰੀਆਂ ਚੀਜ਼ਾਂ ਨਾਲ-ਨਾਲ ਚੱਲ ਰਹੀਆਂ। ਲੋਕੀ ਸੋਚਦੇ ਆ ਵੀ ਇਦਾਂ ਆ। ਘਰਾਂ 'ਚ ਜਿਹੜੇ ਤੁਹਾਨੂੰ ਟੈਸਟ ਕਰਨ ਨੂੰ ਮਿਲਦੀਆਂ ਕਿਟਸ ਆ, ਉਹਨਾਂ ਦੀ ਹੂੰ, ਵਰਤੋਂ ਕਰਕੇ ਆਪਣੇ ਸ਼ੱਕ ਨੂੰ ਜਿਹੜਾ ਉਹ ਤੁਹਾਨੂੰ ਜ਼ਰੂਰ ਦੂਰ ਕਰ ਲੈਣਾ ਚਾਹੀਦਾ ਹੈਗਾ ਹੈ। ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਚੰਗੀ ਤਰ੍ਹਾਂ, ਤੁਹਾਡੀ ਸਿਹਤ ਠੀਕ ਨਹੀਂ ਆ, ਤੇ ਕਹਿ ਲਓ ਵੀ ਭੀੜ ਵਾਲੇ ਇਲਾਕਿਆਂ 'ਚ ਉਹਨਾਂ ਥਾਵਾਂ ਦੇ ਉੱਤੇ ਜਾਣ ਦਾ ਗੁਰੇਜ਼ ਕਰੋ। ਤੇ ਜੇ ਜਾਣਾ ਆ ਤੇ ਜਿਹੜਾ ਮਾਸਕ ਵਗੈਰਾ ਜਿਹੜਾ ਆ ਉਹ ਪਹਿਨ ਕੇ ਰੱਖਣ ਦੀ ਥੋੜ੍ਹੇ ਚਿਰ ਦੇ ਲਈ ਕਰੋ, ਤਾਂ ਜੋ ਤੁਸੀਂ ਫਿਰ ਤੰਦਰੁਸਤ ਹੋਵੋ ਤੇ ਏਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਹਾਂਜੀ ਬਿਲਕੁਲ, ਤੇ ਸਟੂਡੀਓ ਦਾ ਨੰਬਰ ਹੈ ਜੀ 408 272 5200, ਤੇ ਅੱਜ ਜਿਹੜੀ ਆਪਾਂ ਚਰਚਾ ਉਹ ਇਸੇ ਗੱਲ ਤੇ ਨੂੰ ਲੈ ਕੇ ਕਰ ਰਹੇ ਹਾਂ ਕਿ ਕਰੋਨਾ ਨੇ ਜਿਹੜੀ ਦਸਤਕ ਦਿੱਤੀ ਹੈ, ਤੇ ਉਹ ਸ਼ੀਸ਼ ਝਾਅ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀਗਾ, ਜਿਨ੍ਹਾਂ ਦਾ ਹੂੰ, ਹੂੰ, ਹੂੰ। ਰਿਪੋਰਟ ਦੇ ਵਿੱਚ ਰਾਜੀ ਹਵਾਲਾ ਦਿੱਤਾ ਗਿਆ। ਅ, ਜਿਨ੍ਹਾਂ ਨੇ ਕਿਹਾ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਕੋਵਿਡ ਕੋਆਰਡੀਨੇਟਰ ਟੀਮ ਆ ਉਹਦੇ ਵਿੱਚ ਨੇ, ਉਹ ਉਹਦੇ ਵਿੱਚ ਡਾਕਟਰ ਨੇ। ਅਸ਼ੀਸ਼ ਝਾਅ ਉਹਨਾਂ ਦਾ ਨਾਮ ਆ। ਤਾਂ ਜਿਹੜੀਆਂ ਤੁਸੀਂ ਜਿੰਨੀਆਂ ਵੀ ਵੈਬਸਾਈਟਸ ਤੇ ਜਾਓਗੇ, ਜਿੱਥੇ ਵੀ ਕਿਤੇ ਕੋਵਿਡ ਕੇਸਿਸ ਬਾਰੇ ਸਰਚ ਕਰੋਗੇ, ਤਾਂ ਉੱਥੇ ਤੁਹਾਨੂੰ ਅਲਾਰਮ ਜ਼ਰੂਰ ਮਿਲੂਗਾ ਕਿ ਆਹ ਹੋ ਰਿਹਾ ਅਮਰੀਕਾ ਦੇ ਵਿੱਚ, ਆਹ ਹੋ ਰਿਹਾ, ਆਹ ਹੋ ਰਿਹਾ। ਤੇ ਪਰ ਉਸ ਤੋਂ ਵੀ ਪਹਿਲਾਂ ਜਿਹੜੇ ਲੋਕਾਂ ਨੇ ਉਹ ਦੌਰ ਦੇਖਿਆ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਨਹੀਂ ਚਾਹਣਗੇ ਕਿ ਹੁਣ ਦੁਬਾਰਾ ਉਹਨਾਂ ਨੂੰ ਸਫ਼ਰ ਕਰਨਾ ਪਵੇ, ਦੁਬਾਰਾ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਲੰਘਣਾ ਪਵੇ, ਕਿਉਂਕਿ ਬੜਾ ਭਿਆਨਕ ਦੌਰ ਸੀਗਾ। ਤੁਸੀਂ ਪਰਿਵਾਰਾਂ ਦੇ ਪਰਿਵਾਰ ਵੇਖਿਆ ਕਿਵੇਂ ਵਿਲਕਦੇ ਸੀਗੇ। ਇੱਥੇ ਤਾਂ ਚਲੋ ਇਹਨਾਂ ਮੁਲਕਾਂ 'ਚ ਤਾਂ ਫਿਰ ਬੜਾ ਫ਼ਰਕ ਹੈ, ਪਰ ਜਿਹੜੇ ਮੁਲਕ ਵਿਕਸਿਤ ਨਹੀਂ ਗੇ, ਵਿਕਾਸਸ਼ੀਲ ਨੇ ਹਾਲੇ, ਜਿੱਥੇ ਗਰੀਬੀ ਬਹੁਤ ਜ਼ਿਆਦਾ ਹੈ, ਜਿੱਥੇ ਮੈਡੀਕਲ ਸਹੂਲਤਾਂ ਹੈ ਨਹੀਂ, ਜਿੱਥੇ ਭਾਰਤ ਵਰਗੇ ਮੁਲਕਾਂ ਦੇ ਵਿੱਚ ਆਬਾਦੀ ਬੜੀ ਸੰਘਣੀ ਹੈ, ਉੱਥੇ ਤਾਂ ਬਹੁਤ ਬੁਰੇ ਹਾਲ ਸੀਗੇ। ਆਪਾਂ ਦੇਖਿਆ, ਆਪਾਂ ਉਦੋਂ ਰਿਪੋਰਟਾਂ ਵੀ ਕਰਦੇ ਰਹੇ ਹਾਂ ਪੰਜਾਬੀ ਰੇਡੀਓ USA ਤੇ। ਔਰ ਅਮਰੀਕਾ ਦੇ ਵਿੱਚ, ਜਿਹੜੇ ਅਮਰੀਕਾ ਕੀ ਪੂਰੇ ਵਿਸ਼ਵ ਦੇ ਜਿੰਨੇ ਵਿਕਸਿਤ ਦੇਸ਼ ਆ, ਜਿਨ੍ਹਾਂ ਦੇਸ਼ਾਂ ਦੇ ਵਿੱਚ ਮੈਡੀਕਲ ਸਹੂਲਤ ਘਰ-ਘਰ ਦਿੱਤੀ ਜਾ ਸਕਦੀ ਹੈ, ਈਵਨ ਕਿ ਇੱਕ ਬੰਦੇ ਤੱਕ, ਸਿੰਗਲ ਬੰਦੇ ਤੱਕ ਪਹੁੰਚਾਈ ਜਾ ਸਕਦੀ ਆ, ਉਹਨੂੰ ਕੁਆਰੰਟੀਨ ਕਰਨ ਦੇ ਸਾਰੇ ਸਾਧਨ ਦਿੱਤੇ ਜਾ ਸਕਦੇ ਆ, ਉੱਥੇ ਵੀ ਇੱਕ ਵਾਰੀ ਪੂਰੀ ਨੱਕ ਦੇ ਵਿੱਚ ਕਰੋਨਾ ਵਾਇਰਸ ਨੇ ਦਮ ਕਰਤਾ ਸੀਗਾ। ਨੱਕ ਤੋਂ ਹੀ ਯਾਦ ਆ ਗਿਆ ਵੀ ਕਰੋਨਾ ਦੇ ਜਿਹੜੇ ਲੱਛਣ ਆ, ਉਹ ਤੁਹਾਡੇ ਨੱਕ ਤੋਂ ਵੀ ਸ਼ੁਰੂ ਹੋ ਸਕਦੇ ਆ। ਹੂੰ, ਇਹਨੂੰ ਹੂੰ। ਅਣਗੌਲਿਆ ਨਾ ਕਰੋ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਠੰਡਾ ਖਾ ਲਿਆ, ਗਰਮ ਖਾ ਲਿਆ, ਉਹ ਪੀਜ਼ਾ ਖਾ ਕੇ ਹਟੇ ਸੀ, ਉੱਤੋਂ ਕੋਕ ਪੀ ਲਿਆ ਜਾਂ ਕੋਲਡ ਡਰਿੰਕ ਪੀ ਲਿਆ, ਤੇ ਹੁਣ ਯਾਰ ਇਹ ਨੱਕ ਤਾਂ ਹੋਣਾ ਹੀ ਸੀਗਾ। ਸੋ ਇਹ ਇਸ ਤਰੀਕੇ ਨਾਲ ਨਹੀਂ ਆ। ਜਿਹੜੇ ਬਾਹਰ ਲੋਕਾਂ ਦੇ, ਜੋ ਤੁਸੀਂ ਮਾਲ ਜਾਓਗੇ, ਸ਼ਾਪਿੰਗ ਮਾਲ ਜਾਂ ਹੋਰ ਪਬਲਿਕ ਪਲੇਸ ਤੇ ਉਤਰੋਗੇ, ਤੇ ਜਿਹੜੇ ਮਾਸਕ ਪਾਏ ਆ, ਉਹ ਤੁਹਾਨੂੰ ਦੱਸ ਦੇਣਗੇ ਕਿ ਵਾਕਈ ਚਿੰਤਾ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਕੋਵਿਡ ਨੂੰ ਲੈ ਕੇ। ਸੋ ਆਪਣਾ ਆਲਾ-ਦੁਆਲਾ ਤੇ ਨੇੜੇ-ਤੇੜੇ ਜੋ ਵੀ ਮੈਡੀਕਲ ਡਾਇਰੈਕਸ਼ਨਸ ਨੇ, ਉਹਨਾਂ ਦੀ ਪਾਲਣਾ ਜਾਂ ਉਹਨਾਂ ਨੂੰ ਪਾਲਣਾ ਯਕੀਨੀ, ਜਾਂ ਆਪਦੇ ਖਾਣ-ਪੀਣ, ਸਿਹਤ ਦਾ ਖਿਆਲ ਜ਼ਰੂਰ ਰੱਖੋ। ਸ਼ੱਕ ਪੈਣ ਤੇ ਟੈਸਟ ਜ਼ਰੂਰ ਕਰ ਸਕਦੇ ਹੋ ਤੁਸੀਂ। ਜੀ, ਜੀ, ਜੀ ਬਿਲਕੁਲ। ਸੋ ਇਹ ਤਾਂ ਸੀਗੀ ਜਿਹੜੀ ਪ੍ਰਵੀਨ, ਕੋਵਿਡ ਦੇ ਜਿਹੜੇ ਆંકੜੇ ਵੱਧ ਰਹੇ ਆ। ਸੋ ਸਾਡਾ ਮਕਸਦ ਇਹ ਆ ਵੀ ਅਵੇਸਲੇ ਨਾ ਹੋਈਏ, ਤੇ ਜੇ ਤੁਹਾਨੂੰ ਲੱਗਦਾ ਵੀ ਕੋਈ ਇਦਾਂ ਦੇ ਲੱਛਣ ਵਗੈਰਾ ਹੈਗੇ ਆ, ਤੇ ਆਪਣੇ ਆਪ ਨੂੰ ਉਸ ਦੇ ਵਿੱਚ ਬਚਾ ਕੇ ਰੱਖੋ, ਤੇ ਪਰਿਵਾਰਾਂ ਨੂੰ ਆਪਣਿਆਂ ਨੂੰ ਜਿਹੜਾ ਉਹ ਬਚਾ ਕੇ ਰੱਖੋ। ਕੋਵਿਡ ਦੇ ਜਿੱਦਾਂ ਮੈਂ ਪਹਿਲੋਂ ਵਿੱਚ ਗੱਲ ਕਰ ਰਿਹਾ ਸੀਗਾ ਵੀ ਨੋਟ ਬੜੇ ਛਾਪੇ, ਬੜਾ ਹਾਂ ਕੁਛ ਜਿਹੜਾ ਉਹ ਹੋਇਆ। ਬਹੁਤ ਸਾਰੇ ਲੋਨਸ ਜਿਹੜੇ ਉਹ ਦਿੱਤੇ, ਮਹਿੰਗਾਈ ਜਿਸ ਦੇ ਕਰਕੇ ਵਧੀ ਪਈ ਹੈ, ਕਿਉਂਕਿ ਇਸ ਟਾਈਮ ਅਮਰੀਕਨਸ ਦੇ ਲਈ ਸਭ ਤੋਂ ਵੱਡਾ ਜਿਹੜਾ ਚੁਣਾਵੀ ਮੁੱਦਾ ਵੀ, ਤੇ ਵੈਸੇ ਵੀ ਰੋਜ਼ਮर्रा ਦੀ ਜ਼ਿੰਦਗੀ ਦਾ ਜਿਹੜਾ ਮੁੱਦਾ ਹੈ, ਉਹ ਮਹਿੰਗਾਈ ਬਣੀ ਪਈ ਆ। ਜੀ, ਹੋਰ ਜਿਹੜੀਆਂ ਚੀਜ਼ਾਂ ਆ, ਉਹਦਾ ਅਸਰ ਜਿਹੜਾ ਆ ਓਨਾ ਨਹੀਂ ਹੋ ਰਿਹਾ, ਜਿੰਨਾ ਇਸ ਟਾਈਮ ਮਹਿੰਗਾਈ ਨੇ ਜਿਹੜਾ ਉਹ ਲੋਕਾਂ ਦਾ ਲੱਕ ਤੋੜਿਆ ਹੋਇਆ ਆ। ਸੋ ਇੱਕ ਆਪਾਂ ਹੁਣ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਮਹਿੰਗਾਈ ਦੇ ਉੱਤੇ ਜਿਹੜੀ ਉਹ ਆਪਾਂ ਇੱਕ ਵਾਰੀ ਫਿਰ ਗੱਲ ਕਰਾਂਗੇ, ਤੇ ਕੁਛ ਜਿਹੜੀਆਂ ਜੀ। ਟਿਪਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਵੀ ਕਿੱਦਾਂ ਮਹਿੰਗਾਈ ਤੋਂ ਬਚਿਆ ਜਾ ਆਪਣੇ ਸਕਦਾ। ਖਰਚੇ ਜਿਹੜੇ ਉਹ ਕਿੱਦਾਂ ਆਪਾਂ ਵੱਖ-ਵੱਖ ਚੀਜ਼ਾਂ ਕਰਕੇ ਉਸਨੂੰ ਆਪਾਂ ਘਟਾ ਸਕਦੇ ਹਾਂ। ਤੇ ਜੇ ਤੁਹਾਡੇ ਕੋਲ ਵੀ ਕੋਈ ਟਿਪਸ ਵਗੈਰਾ ਹੈਗੇ ਆ, ਝਿਜਕੋ ਨਾ, ਸ਼ਰਮਾਓ ਨਾ, ਦੱਸੋ ਜ਼ਰੂਰ ਵੀ ਤੁਸੀਂ ਕੀ ਸੋਚਦੇ ਆ ਵੀ ਕਿਹੜੀਆਂ ਚੀਜ਼ਾਂ ਕਰਕੇ ਆਪਾਂ ਆਪਣੇ ਖਰਚਿਆਂ ਨੂੰ ਹੋਰ ਘਟਾ ਸਕਦੇ ਹਾਂ। ਸੋ ਉਸ ਦੇ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ 'ਚ। ਬਾਤ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਰਾਜਕਰਮਵੀਰ ਸਿੰਘ ਜੀ। ਇੱਕ ਵਾਰ ਮੁੜ ਤੋਂ ਉਹਨਾਂ ਦਾ ਕਰਦੇ ਹਾਂ ਸਵਾਗਤ, ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਫਿਰ ਇਹਦੇ ਤੇ ਮਹਿੰਗਾਈ ਤੇ ਕਰਦੇ ਹਾਂ ਆਪਾਂ ਚਰਚਾ। ਰਾਜਕਰਮਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ।
ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਜੀ, ਸੋ ਪ੍ਰਵੀਨ, ਆਪਾਂ ਪ੍ਰੋਗਰਾਮ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਕੋਵਿਡ ਦਾ ਦੌਰ ਚੱਲਿਆ, ਸਰਕਾਰ ਨੇ ਬਹੁਤ ਸਾਰਾ ਨੋਟ ਛਾਪਿਆ, ਬਹੁਤ ਸਾਰੇ ਡਾਲਰ ਜਿਹੜੇ ਉਹ ਦਿੱਤੇ। ਜੀ, ਸਭ ਤੋਂ ਵੱਧ ਜਿਹੜੇ ਬਿਜ਼ਨਸਿਸ ਦੇ ਵੱਲ ਨੂੰ, ਜਿਹੜੇ ਉਹਨਾਂ ਨੂੰ ਜਿਹੜੇ ਇੰਪਲੋਈਜ਼ ਨੂੰ ਬਚਾ ਕੇ ਰੱਖਣ ਦੇ ਲਈ, ਉਹਨਾਂ ਨੂੰ ਜਿਹੜੇ ਤੇ ਵੀ ਚੱਲਦੇ ਰਹਿਣ ਬਿਜ਼ਨਸ, ਇੰਪਲੋਈਆਂ ਦੀਆਂ ਜੌਬਸ ਜਿਹੜੀਆਂ ਉਹ ਰਹਿਣ। ਫਿਰ ਲੋਕ ਜਿਹੜੇ ਸੀਗੇ ਉਹਨਾਂ ਨੂੰ ਵੱਖਰੇ ਜਿਹੜੇ ਚੈੱਕ 2-3 ਵਾਰੀ ਉਹ ਦਿੱਤੇ, ਸਟੇਟਾਂ ਨੇ ਆਪਣੇ ਪੱਧਰ ਤੇ ਕਈਆਂ ਨੇ ਜਿਹੜੇ ਉਹ ਦਿੱਤੇ। ਹੁਣ ਜਦੋਂ ਨੋਟ ਲਗਾਤਾਰ ਛਪਦੇ ਰਹੇ, ਸਰਕੂਲੇਸ਼ਨ ਜਿਹੜੀ ਆ ਉਹ ਵੱਧਦੀ ਰਹੀ, ਤੇ ਫਿਰ ਹੂੰ, ਹੁਣ ਉਹਦੇ ਕਰਕੇ ਮਹਿੰਗਾਈ ਹੋ ਗਈ, ਡਿਮਾਂਡ ਇੰਨੀ ਕੁ ਜ਼ਿਆਦਾ ਉਦੋਂ ਸਾਰੀਆਂ ਚੀਜ਼ਾਂ ਦੀ ਵਧੀ ਹੋਈ ਸੀਗੀ। ਜੀ, ਉਦੋਂ ਬਿਲਕੁਲ ਉਲਟ ਹੋਇਆ, ਜਿਹਨੂੰ ਵਿਪਰੀਤ ਕਹਿੰਦੇ ਆ ਨਾ, ਵੀ ਉਹ ਚੀਜ਼ ਹੋਈ। ਲੋਕਾਂ ਨੇ ਕਿਹਾ ਵੀ ਯਾਰ ਇੰਨਾ ਭੈੜਾ ਦੌਰ ਆ ਰਿਹਾ ਆ, ਵੀ ਕੰਮ ਤਾਂ ਸਾਰਾ ਕੁਝ ਠੱਪ ਹੋ ਜਾਣਾ, ਏਦਾਂ ਹੋ ਜਾਣਾ। ਪਰ ਉਹਦੇ ਵਿੱਚ ਦੇਖਿਆ ਵੀ ਦੁਨੀਆ ਨੇ ਧੂੰਆਂ ਹੀ ਕੱਢਤਾ ਪੈਸੇ ਖਰਚਣ ਵਾਲਾ। ਡਾਲਰ ਹੂੰ, ਖਰਚਣ ਵਾਲਾ ਜਿਹੜਾ ਹੈ ਉਹਨਾਂ ਨੇ ਪੂਰਾ ਧੂੰਆਂ ਕੱਢਤਾ। ਜਿਹੜੀ ਚੀਜ਼ ਨਹੀਂ ਵੀ ਚਾਹੀਦੀ, ਕੋਈ ਨਹੀਂ, ਚੱਕ ਲਓ, ਹੁਣ ਸਰਕਾਰ ਨੇ ਦਿੱਤੇ ਆ ਪੈਸੇ, ਆ ਵੀ ਲੈ ਲਈਏ, ਉਹ ਵੀ ਲੈ ਲਈਏ। ਜਿਨ੍ਹਾਂ ਕੋਲ ਚਲੋ ਜ਼ਿਆਦਾ ਪਹਿਲੋਂ ਸੀਗੇ ਉਹਨਾਂ ਨੇ ਸਾਂਭ ਲਏ, ਉਹਨਾਂ ਨੇ ਇਨਵੈਸਟ ਕਰ ਲਏ ਕਿਸੇ ਪਾਸੇ। ਜਿਨ੍ਹਾਂ ਦਾ ਸਰਦਾ ਪੁੱਜਦਾ ਸੀ ਉਹਨਾਂ ਨੇ ਕਿਹਾ ਵੀ ਚੱਲ ਹੁਣ ਮੌਕਾ ਮਿਲਿਆ ਆ, ਆਪਾਂ ਆਹ ਵੀ ਚੀਜ਼ ਲੈ ਲਈਏ, ਉਹ ਵੀ ਚੀਜ਼ ਲੈ ਲਈਏ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਪਲਾਈ ਡਿਮਾਂਡ ਦੀ ਜਿਹੜੀ ਐਸੀ ਪੱਟੀ ਮੇਸ ਹੋਈ, ਆਪਾਂ ਦੇਖਿਆ ਵੀ ਬਾਅਦ 'ਚ ਉਦੋਂ ਵਿੱਚੇ ਹੀ ਗੱਲ ਚੱਲ ਪਈ ਵੀ ਡਰਾਈਵਰਾਂ ਦੀ ਸ਼ਾਰਟੇਜ ਹੋ ਗਈ ਜੀ। ਸਮਾਨ ਤਾਂ ਇੰਨਾ ਆਉਣ ਵਾਲਾ ਪਿਆ ਆ, ਇੰਨੇ-ਇੰਨੇ ਦਿਨ ਹੋ ਗਈਆਂ, ਸ਼ਿਪਾਂ ਜਿਹੜੀਆਂ ਬੇਅ ਦੇ ਵਿੱਚ ਖੜੀਆਂ ਪਈਆਂ ਆ, ਸਮਾਨ ਲਾਹੁਣ ਨੂੰ, ਉਹਨਾਂ ਨੂੰ ਅੱਗੇ ਲਿਜਾਣ ਨੂੰ ਜਿਹੜਾ ਉਹ ਥਾਂ ਨਹੀਂ ਹੈਗਾ। ਫਿਰ ਮਹਿੰਗਾਈ ਦਾ ਦੌਰ ਐਸਾ ਚੱਲਿਆ ਵੀ ਪਿਛਲੇ 3 ਕੁ ਮਹੀਨਿਆਂ 'ਚ, 3-4 ਮਹੀਨਿਆਂ 'ਚ ਖ਼ਾਸ ਕਰਕੇ ਇਸ ਸਾਲ ਦੇ ਸ਼ੁਰੂ ਤੋਂ ਬਾਅਦ 'ਚ ਲੋਕਾਂ ਦਾ ਜਿਹੜਾ ਉਹ ਲੱਕ ਟੁੱਟ ਗਿਆ। ਹਵਾ ਨਿਕਲ ਗਈ ਕੰਨਾਂ ਥਾਣੀ, ਧੂੰਆਂ ਨਿਕਲ ਗਿਆ ਇੱਕ ਹਿਸਾਬ ਦੇ ਨਾਲ, ਵੀ ਇੱਦਾਂ ਮਹਿੰਗਾਈ ਜਿਹੜੀ ਉਹ ਵਧੀ। ਇਸੇ ਦੌਰਾਨ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਤਾ। ਤੇਲ ਨੂੰ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਅੱਗ ਲੱਗ ਗਈ। ਉੱਧਰ ਅਨਾਜ ਦੀ ਜਿਹੜੀ ਆ ਸ਼ਾਰਟੇਜ ਹੋ ਗਈ। ਫਰਟੀਲਾਈਜ਼ਰ ਜਿਹੜੇ ਆ ਉਹ ਮਹਿੰਗੇ ਹੋ ਗਏ। ਹਰ ਇੱਕ ਪਾਸੇ ਜਿਹੜਾ ਇਹ ਗਲੋਬਲ ਸਰਕਮਸਟਾਂਸ ਜਿਹੜੇ ਇਸ ਟਾਈਮ ਬਣ ਰਹੇ ਸੀਗੇ, ਉਹਦੇ ਨਾਲ ਕਾਫ਼ੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪੈ ਗਿਆ। ਹੁਣ ਮਹਿੰਗਾਈ ਆਪਣੇ ਸਾਹਮਣੇ ਆ। ਮਹਿੰਗਾਈ ਤੋਂ ਬਚਣ ਦੇ ਲਈ ਜਿਹੜੀ ਸਾਡੀ ਫੈਡ ਆ ਇੱਥੇ, ਉਹ ਲਗਾਤਾਰ ਇੰਟਰਸਟ ਰੇਟ ਨੂੰ ਵਧਾ ਰਹੀ ਆ, ਵੀ ਭਾਈ ਚੀਜ਼ਾਂ ਜੀ, ਜਿਹੜੀਆਂ ਮਹਿੰਗੀਆਂ ਚੀਜ਼ਾਂ, ਲੋਕ ਉਹਨੂੰ ਹੁਣ ਉਹਨੂੰ ਖਰੀਦਣ ਤੋਂ ਥੋੜ੍ਹਾ ਜਿਹਾ ਗਰੇਜ ਕਰਨ, ਥੋੜ੍ਹਾ ਜਿਹਾ ਔਖਾ ਕਰ ਦਈਏ, ਥੋੜ੍ਹਾ ਜਿਹਾ ਮਹਿੰਗਾ ਕਰ ਦਈਏ, ਨਹੀਂ ਤਾਂ ਸਥਿਤੀ ਮਾਰਕੀਟ ਦੀ ਹੋਰ ਵੀ ਜ਼ਿਆਦਾ ਮਾੜੀ ਹੁੰਦੀ ਜਾਣੀ ਆ। ਸੋ ਉਹਦੇ ਨਾਲ ਹੁਣ ਲੋਕਾਂ ਦੇ ਉੱਤੇ ਦਬਾਅ ਜਿਹੜਾ ਉਹ ਕਾਫ਼ੀ ਜ਼ਿਆਦਾ ਪੈ ਰਿਹਾ ਆ। ਸੋ ਕਹਿੰਦੇ ਵੀ ਹੁਣ ਮਹਿੰਗਾਈ ਦੇ ਦੌਰ ਦੇ ਵਿੱਚ ਜਿੰਨਾ ਚਿਰ ਤਾਂ ਹੈਗੀ, ਉਹਨਾਂ ਚਿਰ ਤਾਂ ਹੁਣ ਚੱਲਣੀ ਹੋਈ ਆ। ਪਰ ਇਹ ਵੀ ਆਪਾਂ ਆਪਣੀਆਂ ਕੁਛ ਆਦਤਾਂ ਨੂੰ ਏਦਾਂ ਚੇਂਜ ਕਰ ਸਕਦੇ ਹਾਂ, ਬਦਲ ਸਕਦੇ ਹਾਂ, ਵੀ ਜਿਹਦੇ ਨਾਲ ਆਪਣਾ ਖਰਚਾ ਜਿਹੜਾ ਉਹ ਘਟਾਈਏ। ਸੋ ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਵੱਡੀ ਚੀਜ਼ ਹੁੰਦੀ ਹੈ ਵੀ ਜੇ ਤੁਹਾਡੇ ਤੇ ਕਰਜ਼ੇ ਆ ਜਿਹੜੇ ਜਲਦੀ ਦੇਣ ਵਾਲੇ ਆ, ਉਹਨਾਂ ਨੂੰ ਘਟਾਉਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਜਿਹੜੀ ਉਹ ਕਰਨੀ ਹੈਗੀ ਆ। ਕਿਉਂਕਿ ਜੇ ਕਰਜ਼ਾ ਤੁਸੀਂ ਉਹ ਨਹੀਂ ਉਤਾਰਦੇ, ਉਹਦੇ ਤੇ ਇੰਟਰਸਟ ਆਲਰੇਡੀ ਬਹੁਤ ਜ਼ਿਆਦਾ ਹੁਣ ਵੱਧ ਰਿਹਾ ਆ। ਜਿਹੜਾ ਇੰਟਰਸਟ ਆਪਣੇ ਕਰਜ਼ੇ ਦੇ ਉੱਤੇ ਦੇਣਾ, ਜਿਹੜਾ ਵਿਆਜ ਜਿਹੜਾ ਉਸ ਤੇ ਦੇਣਾ, ਉਹ ਤੁਹਾਡੇ ਮੂਲ ਨਾਲੋਂ ਵੀ ਫਿਰ ਇੱਕ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਵੱਧ ਜਾਂਦਾ ਹੁੰਦਾ ਆ। ਸੋ ਕਈ ਵਾਰੀ ਪਰਸਨਲ ਲਾਈਨ ਆਫ ਕ੍ਰੈਡਿਟ ਲੋਕ ਲੈ ਕੇ ਬਾਕੀ ਜਿਹੜੇ ਮਹਿੰਗੇ ਕਰਜ਼ੇ ਹੁੰਦੇ ਆ ਉਹ ਲਾ ਦਿੰਦੇ ਆ, ਜਿਨ੍ਹਾਂ ਦੇ ਘਰਾਂ 'ਚ ਇਕੁਇਟੀ ਵਗੈਰਾ ਬਣੀ ਆ, ਉਹਦੇ ਵਿੱਚੋਂ ਡਾਲਰ ਕਢਾ ਕੇ ਉਹ ਇੱਦਾਂ ਦੇ ਜਿਹੜੇ ਡੈਟ ਆ ਉਹਨਾਂ ਨੂੰ ਪੇ ਜਿਹੜਾ ਉਹ ਕਰ ਲੈਂਦੇ। ਕੰਸੋਲੀਡੇਸ਼ਨ ਆਫ ਡੈਟ ਜਿਹੜਾ ਇਸਨੂੰ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਹੈ, ਕਿਉਂਕਿ ਨਹੀਂ ਤਾਂ ਫਿਰ ਮਾਰ-ਚੌਂਚ ਫਿਰ ਜਿਹੜੀ ਡੈਟ ਦੀ ਆ ਉਹ ਜ਼ਿਆਦਾ ਪੈਣ ਲੱਗ ਜਾਂਦੀ ਆ। ਸਾਰੇ ਪਾਸਿਓਂ ਹੀ ਬੰਦਾ ਜਿਹੜਾ ਆ ਉਹ ਘਿਰ ਜਾਂਦਾ ਆ। ਸੋ ਉਹ ਇੱਕ ਚੀਜ਼ ਨੂੰ ਜਿਹੜਾ ਉਹ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਆ ਵੀ ਕਿਸ ਤਰੀਕੇ ਦੇ ਨਾਲ ਕਰਜ਼ੇ ਵਗੈਰਾ ਜਿਹੜਾ ਉਹ ਘਟਾਈਏ। ਬਾਕੀ ਕਹਿੰਦੇ ਵੀ ਪ੍ਰਵੀਨ, ਹੋਰ ਇੱਕ ਜੀ, ਜਿਹੜੀਆਂ ਗੱਲਾਂ ਇਹ ਕਰ ਸਕਦੇ ਆ ਵੀ ਤੁਸੀਂ ਆਪਣੇ ਸੇਵਿੰਗਸ ਦੇ ਗੋਲ ਆ ਉਹਨਾਂ ਨੂੰ ਰੱਖੋ। ਜੇ ਤੁਹਾਡੇ ਪਰਿਵਾਰ ਦੇ ਵਿੱਚ ਮੰਨ ਲਓ ਐਕਸ ਅਮਾਊਂਟ ਆਫ ਡਾਲਰਸ ਐਵਰੀ ਮੰਥ ਆਉਂਦੇ ਆ, ਹਰ ਮਹੀਨੇ ਤੁਹਾਡੀ ਇੰਨੀ ਕਮਾਈ ਆ, ਮੰਨ ਲਓ ਚਲੋ ਆਪਾਂ ਅੰਦਾਜ਼ਨ ਕੋਈ ਕਹਿੰਦਾ ਵੀ $5,000-7,000 ਹਰ ਮਹੀਨੇ ਕਿਸੇ ਦੇ ਪਰਿਵਾਰ ਦੇ ਵਿੱਚ ਉਹ ਆ ਰਿਹਾ ਆ। ਉਹਦੇ ਵਿੱਚੋਂ ਕੋਸ਼ਿਸ਼ ਜਿਹੜੀ ਉਹ ਤੁਸੀਂ ਕਰੋ, ਵੀ ਉਹਦੇ ਵਿੱਚੋਂ ਜਿਹੜੇ 10-20% ਆ, 30% ਆ, ਉਹਨਾਂ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਸੋਚੋ ਵੀ ਉਹ ਡਾਲਰ ਤੁਹਾਡੇ ਕੋਲ ਹੈ ਹੀ ਨਹੀਂ ਆ, ਤੁਸੀਂ $2,000 ਬਚਾਉਣਾ ਹੀ ਬਚਾਉਣਾ ਆ, 7 ਨਹੀਂ ਆ, ਤੁਹਾਡੇ ਕੋਲ 5,000 ਦੇ ਵਿੱਚ ਹੀ ਤੁਸੀਂ ਆਪਣਾ ਖਰਚਾ ਆ ਉਸਨੂੰ ਪੂਰੀਆਂ ਕਰਨਾ ਆ। ਤੁਸੀਂ ਉਹਦੇ ਵਿੱਚ ਲਗਜ਼ਰੀ ਆਈਟਮ ਜਿਹੜੀ ਤੁਸੀਂ ਸੋਚਦੇ ਹੋ ਉਹ ਵੀ, ਤੇ ਜਿਹੜੀ ਨੈਸੈਸਿਟੀ ਆ ਉਹ ਵੀ ਤੁਸੀਂ ਉਨੇ ਕੁ ਦੇ ਵਿੱਚ ਹੀ
ਜਿਹੜੀ ਉਹ ਲੈਣੀ ਆ। ਆਪਣੇ ਆਪ ਨੂੰ ਬੇਸਿਕਲੀ ਬੰਦਿਸ਼ ਦੇ ਵਿੱਚ ਜਿਹੜਾ ਉਹ ਲੈਣਾ, ਜਿਹੜੀਆਂ ਬੇਸਿਕਲੀ ਬੇਲੋੜੀਆਂ ਚੀਜ਼ਾਂ ਪ੍ਰਵੀਨ ਆ, ਵੀ ਜੀ। ਉਹਦੇ ਉੱਤੇ ਆਪਾਂ ਜਿਹੜਾ ਉਹ ਕਾਬੂ ਪਾਉਣਾ ਆ। ਕਹਿੰਦੇ ਵੀ ਇਹਦੇ ਵਿੱਚ ਇੱਕ ਹੋਰ ਚੀਜ਼ ਤੁਸੀਂ ਕਰ ਸਕਦੇ, ਕਈ ਵਾਰੀ ਸੋਚਦੇ ਆ ਨਾ, ਯਾਰ ਆਹ ਵਾਲਾ ਬ੍ਰਾਂਡ ਬਹੁਤ ਵਧੀਆ, ਆਹ ਗੁੱਚੀ ਦੀ ਚੀਜ਼ ਲੈਨੇ ਆ, ਹੂੰ, ਉਹਦੀ ਜਿਹੜੀ ਉਹ ਲੈਨੇ ਆ, ਤਾਂ ਕਹਿੰਦੇ ਵੀ ਉਹਦੀ ਥਾਂ ਤੇ ਕਈ ਵਾਰੀ ਤੁਸੀਂ ਜੈਨੇਰਿਕ ਚੀਜ਼ਾਂ ਜਿਹੜੀਆਂ ਉਹ ਲੈ ਸਕਦੇ ਆ। ਸਮਾਨ ਉਹਨਾਂ ਵਿੱਚ ਚੀਜ਼ਾਂ 'ਚ ਉਹੀ ਹੁੰਦਾ ਆ, ਚਾਹੇ ਉਹ ਤੁਸੀਂ ਗਰੋਸਰੀ ਕਰਨ ਵੇਲੇ ਯੂਜ਼ ਕਰ ਰਹੇ ਆ, ਤੇ ਚਾਹੇ ਜਿਹੜਾ ਉਹ ਹੋਰ ਚੀਜ਼ਾਂ ਖਰੀਦਣ ਵੇਲੇ ਕਰ ਰਹੇ ਆ। ਵੀ ਜੇ ਤੁਸੀਂ ਜੈਨੇਰਿਕ ਜਿਹੜੀ ਜ਼ਿਆਦਾ ਪ੍ਰੋਡਕਸ਼ਨ ਦੇ ਵਿੱਚ ਬਣਦੀ ਆ, ਤੇ ਜਿਹੜੀ ਥੋੜ੍ਹੀ ਸਸਤੀ ਹੁੰਦੀ ਆ, ਵੀ ਉਹ ਲੈ ਕੇ ਥੋੜ੍ਹਾ ਚਿਰ ਗੁਜ਼ਾਰਾ ਜਿਹੜਾ ਉਹ ਤੁਸੀਂ ਕਰੋ, ਤਾਂ ਜੋ ਤੁਹਾਡੇ ਜਿਹੜੇ ਚੀਜ਼ਾਂ ਆ, ਉਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਸਸਤੀਆਂ ਆ, ਉਸ ਲਿਹਾਜ਼ ਦੇ ਨਾਲ ਮਿਲਣ। ਬਾਕੀ ਅਸੀਂ ਸਰੋਤਿਆਂ ਨੂੰ ਵੀ ਆਖਦੇ ਹਾਂ ਵੀ ਤੁਸੀਂ ਕਿਹੜੀਆਂ ਚੀਜ਼ਾਂ ਇਸ ਟਾਈਮ ਕਰ ਰਹੇ ਆ, ਜਾਂ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ, ਵੀ ਤੁਸੀਂ ਆਪਣਾ ਜਿਹੜਾ ਖਰਚਾ ਆ ਉਸਨੂੰ ਘਟਾ ਸਕੋ। ਤੇ ਜੇ ਰੱਬ ਨਾ ਕਰੇ ਵੀ ਮੰਦੀ ਆਉਂਦੀ ਆ, ਜੇ ਕਿਸੇ ਦੀ ਜੋਬ ਵਗੈਰਾ ਚਲੇ ਜਾਂਦੀ ਆ, ਕੀ ਤੁਸੀਂ ਉਹ ਸੇਫਟੀ ਨੈਟ ਪ੍ਰੋਗਰਾਮ ਲੈ ਕੇ ਚੱਲ ਰਹੇ ਆ? ਆਪਣੇ ਪਰਿਵਾਰ ਦੀ ਆਰਥਿਕ ਸੁਰੱਖਿਆ ਦੇ ਲਈ ਤੁਸੀਂ ਕੁਛ ਏਦਾਂ ਦੀਆਂ ਚੀਜ਼ਾਂ, ਪੈਸੇ ਇਕੱਠੇ ਕਰਕੇ ਰੱਖੇ ਹੋਏ ਆ ਕਿਤੇ, ਵੀ ਉਹ ਸਾਰਾ ਕੁਛ ਤੁਹਾਡਾ ਜਿਹੜਾ ਆ ਕੰਮ-ਕਾਜ ਆ ਉਹ ਚੱਲਦਾ ਰਵੇ? ਤੇ ਜੇ ਕਰ ਰਹੇ ਆ ਤਾਂ ਕੋਈ ਟਿਪਸ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੇ ਤੁਸੀਂ ਕਰ ਸਕਦੇ ਆ, ਜਿਸ ਦੇ ਨਾਲ ਲੋਕ ਇੱਕ ਦੂਜੇ ਤੋਂ ਸਿੱਖ ਕੇ ਡਾਲਰ ਜਿਹੜੇ ਤੁਸੀਂ ਕਿੱਦਾਂ ਘੱਟ ਜਿਹੜਾ ਖਰਚਾ ਉਹ ਕਿੱਦਾਂ ਕਰੋ, ਉਸ ਚੀਜ਼ ਦੇ ਵੱਲ ਨੂੰ ਵਧੋ। ਅਸੀਂ ਇਹ ਨਹੀਂ ਕਹਿ ਰਹੇ ਪ੍ਰਵੀਨ ਵੀ ਤੁਸੀਂ ਹੁਣ ਖਾਣਾ-ਪੀਣਾ ਬੰਦ ਕਰ ਦਿਓ ਤੇ ਕੁਛ ਵੀ ਜਿਹੜਾ ਉਹ ਨਾ ਕਰੋ। ਆਪਣਾ ਤੁਹਾਡੀ ਰੋਜ਼ਮर्रा ਦੀ ਜਿਹੜੀ ਜ਼ਿੰਦਗੀ ਆ ਉਸਨੂੰ ਰੱਖੋ, ਪਰ ਜਿੱਥੇ ਕੁਛ ਬਚਾ ਸਕਦੇ ਆ ਉਸਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਬੰਦਾ ਕਈ ਵਾਰੀ ਕਹਿ ਦਿੰਦਾ, ਯਾਰ ਏਦਾਂ ਕਰਨ ਵਾਲੇ ਬੰਦੇ ਤਾਂ ਕੰਜੂਸ ਹੁੰਦੇ ਆ। ਕਈ ਵਾਰੀ ਨਾ ਏਦਾਂ ਦੀ ਚੀਜ਼ ਕੀਤੀ ਬਾਅਦ ਦੇ ਵਿੱਚ ਭਵਿੱਖ ਦੇ ਲਈ ਤੁਹਾਡੇ ਲਈ ਲਾਹੇਵੰਦ ਸਾਬਤ ਹੁੰਦੀ ਆ। ਜਦੋਂ ਆਪਾਂ ਨਿੱਕੇ-ਨਿੱਕੇ ਹੁੰਦੇ ਸੀ ਨਾ, ਉਦੋਂ ਟੀਵੀ ਤੇ ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ, ਮਸ਼ਹੂਰੀ ਕਹਿਣੇ ਐਡ ਕਹਿ ਦਿਓ ਹੂੰ, ਤੇ ਉਹ ਕਹਿੰਦੇ ਹੁੰਦੇ ਸੀ, ਅੱਜ ਦੀ ਬੱਚਤ ਤੇ ਕੱਲ ਦੀ ਮੁਸਕਾਨ। ਉਹ ਹੂੰ, ਜਲੰਧਰ ਦੂਰਦਰਸ਼ਨ ਤੇ ਐਡ ਚੱਲਦੀ ਹੁੰਦੀ ਸੀ। ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਗੈਸ ਮਹਿੰਗੀ ਹੋ ਗਈ, ਡੀਜ਼ਲ ਪ੍ਰਾਈਸ ਵੱਧ ਗਏ, ਸਾਰਾ ਕੁਛ ਤੇ ਇੱਕ ਪੂਰਾ ਸਰਕਲ ਆ ਰਾਜ ਜੀ। ਸਰਕਲ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਵੀ ਅਸੀਂ ਉਹਨਾਂ ਮਤਲਬ ਪੈਸੇ ਨੂੰ ਉਸ ਤਰੀਕੇ ਨਾਲ ਖਰਚਣ ਵਾਲੇ ਨਹੀਂ, ਜਿਹੜੀਆਂ ਸਾਡੀਆਂ ਭੈਣਾਂ ਵਾ, ਉਹ ਥੋੜ੍ਹਾ ਜ਼ਿਆਦੇ ਇਹਨਾਂ ਚੀਜ਼ਾਂ ਨੂੰ ਜ਼ਿਆਦੇ ਕੈਲਕੂਲੇਸ਼ਨ ਰੱਖਦੀਆਂ। ਸੋ ਜੇ ਉਹ ਸੁਣ ਰਹੀਆਂ ਤਾਂ ਸਾਡੇ ਨਾਲ ਟਿਪਸ ਜਿਹੜੇ ਆ ਉਹ ਜ਼ਰੂਰ ਸਾਂਝੇ ਕਰ ਲੈਣ ਕਿ ਕਿਵੇਂ ਜੇ ਮਹਿੰਗਾਈ ਦੇ ਦੌਰ ਦੇ ਵਿੱਚ, ਮੰਦੀ ਦੇ ਦੌਰ ਦੇ ਵਿੱਚ ਬਜਟ ਮੇਨਟੇਨੈਂਸ ਕਿਵੇਂ ਰੱਖਣੀ ਹੈ, ਪੈਸਾ ਘਰੇ ਬਚਾ ਕੇ ਕਿਵੇਂ ਰੱਖਣਾ, ਜਾਂ ਕਿਹੜੀਆਂ ਸਾਡੇ ਰੋਜ਼ਮर्रा ਦੀਆਂ ਆਦਤਾਂ ਨੇ ਜਿੱਥੇ ਅਸੀਂ ਪੈਸਾ ਖਰਚਦੇ ਹਾਂ ਜ਼ਿਆਦਾ ਲੋੜੋਂ ਵੱਧ। ਕੋਸਟ ਆਫ ਪ੍ਰੋਡਕਸ਼ਨ ਜਿਹੜੇ ਸ਼ਾਸਤਰੀ ਨੇ, ਉਹ ਕਹਿੰਦੇ ਜਦੋਂ ਕੋਸਟ ਆਫ ਪ੍ਰੋਡਕਸ਼ਨ ਤੇ ਕੋਸਟ ਆਫ ਟਰਾਂਸਪੋਰਟੇਸ਼ਨ ਵੱਧ ਜੂ ਤਾਂ ਮਹਿੰਗਾਈ ਦਾ ਵਧਣਾ ਯਕੀਨੀ ਹੈ। ਤੇ ਇਹਦਾ ਜਿਹੜਾ ਭਾਰ ਆ ਉਹ ਕੰਜ਼ਿਊਮਰ ਤੇ ਉਹ ਆਮ ਬੰਦੇ ਤੇ ਪੈਣਾ ਲਾਜ਼ਮੀ ਹੈ। ਦੂਜਾ ਇੱਕ ਗੱਲ ਹੋਰ ਹੈ ਕਿ ਬਿਊਰੋ ਆਫ ਲੇਬਰ ਟਿਕਸ ਦੀ ਜਿਹੜੀ ਰਿਪੋਰਟ ਆ, ਉਹ ਕਹਿੰਦੇ ਵੀ ਇਸ ਵੇਲੇ ਜਿਹੜੀ ਮਹਿੰਗਾਈ ਦਰ ਆ ਉਹ 9.1 ਹੋ ਗਈ ਆ ਯੂਐਸ ਦੇ ਵਿੱਚ, ਜਿਹੜੀ ਕਿ 1981 ਤੋਂ ਬਾਅਦ ਲੰਮਾ ਸਮਾਂ ਜੇ ਕਿਸੇ ਸਾਲ ਦੇ ਵਿੱਚ ਚੱਲੀ ਹੈ ਤੇ ਉਹ ਹੁਣ ਯਾਨੀ ਕਿ ਤੁਸੀਂ ਹਿਸਾਬ ਲਾ ਲਓ ਵੀ 4 ਦਹਾਕਿਆਂ ਵਾਂਗੂ ਇਹ ਸਮਾਂ ਜਿਹੜਾ ਲੰਘ ਗਿਆ ਵਾ, 44 ਕੁ ਸਾਲ ਬਣਨਗੇ। ਤਾਂ ਇਹ ਵਾਕਈ ਹੁਣ ਫ਼ਿਕਰਮੰਦੀ ਵਾਲੀ ਗੱਲ ਜਿਹੜੀ ਹੈ, ਮਹਿੰਗਾਈ ਬਣ ਚੁੱਕੀ ਹੈ। ਦੂਜਾ ਜਿਹੜੇ ਹੋਰ ਇੱਕ ਅਰਥ ਸ਼ਾਸਤਰੀ ਮੈਂ ਹੋਰ ਦੀ ਬਾਈਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਫੂਡ ਇਨਫਲੇਸ਼ਨ ਵੀ ਵਧੂਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ। ਫੂਡ ਇਨਫਲੇਸ਼ਨ ਵਧਣ ਦੇ ਪੂਰੇ ਆਸਾਰ ਆ ਯੂਐਸ ਦੇ ਵਿੱਚ। ਆਲਰੇਡੀ ਮੈਂ ਸਗੋਂ ਕਹਿੰਦਾ ਵੀ ਵੱਧ ਗਿਆ। ਤੁਸੀਂ ਜੀ। ਦੁੱਧ ਦੀਆਂ, ਬ੍ਰੈਡ ਦੀਆਂ, ਜਿਹੜੇ ਆਂਡੇ ਖਾਂਦੇ ਆ ਜਾਂ ਮੀਟ ਖਾਂਦੇ ਆ, ਉਹ ਦੇਖ ਲਓ ਵੀ ਹੂੰ, ਉਹਨਾਂ ਦੀਆਂ ਪ੍ਰਾਈਸਾਂ ਦੇ ਵਿੱਚ ਕਿਤੇ 10 ਤੋਂ 20% ਤੱਕ ਆਲਰੇਡੀ ਇਜ਼ਾਫਾ ਹੋਇਆ ਆ। ਜੀ। ਉਹ ਕਹਿੰਦੇ ਵੀ ਤੇਲ ਤੇ ਚਲੋ ਮੰਨਿਆ ਰੂਸ ਤੋਂ ਆਉਂਦਾ, ਵੀ ਇਹਨਾਂ ਦਾ ਘਾਹ ਵੀ ਉੱਥੋਂ ਹੀ ਆ ਰਿਹਾ ਆ। ਵੀ ਇਹ ਚੱਕਰ ਚੱਕਰ ਕੀ ਹੋ ਰਿਹਾ ਆ, ਵੀ ਜੀ, ਇਹਨਾਂ ਦੇ ਵਿੱਚ ਬਿਲਕੁਲ। ਸਾਰਾ ਕੁਛ ਕੀ ਇੰਨਾ ਮਹਿੰਗਾ ਹੋਈ ਜਾ ਰਿਹਾ। ਹਾਂ, ਤੇ ਇਹਦੇ ਹੋਰ ਵਧਣ ਦੇ ਖਦਸ਼ੇ ਨੇ। ਇਹ ਤਾਂ ਮਤਲਬ ਵਧਿਆ ਤਾਂ ਹੋਇਆ ਹੀ ਆ। ਤੇ ਜਦੋਂ ਫੂਡ ਇਨਫਲੇਸ਼ਨ ਕਿਸੇ ਸਮਾਜ ਦੇ ਵਿੱਚ ਰਾਜ ਹੀ ਵੱਧਦਾ ਨਾ, ਤੇ ਉਸ ਤੋਂ ਬਾਅਦ ਇੱਕ ਟਰਮ ਆਉਂਦੀ ਹੈ ਫੂਡ ਸਟ੍ਰੈਸ। ਹੂੰ, ਲੋਕ ਖਾਣਾ ਘੱਟ ਕਰ ਦਿੰਦੇ ਆ। ਲੋਕ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵੀ ਆਪਣੇ ਭੋਜਨ ਦੇ ਵਿੱਚੋਂ ਲੋੜੀਂਦੀਆਂ ਚੀਜ਼ਾਂ ਕੱਢ ਦਿੰਦੇ ਜਿੱਥੋਂ ਉਹਨਾਂ ਨੂੰ ਤੱਤ ਮਿਲਦੇ ਆ। ਉਹਨੂੰ ਫਿਰ ਕਹਿੰਦੇ ਆ ਫੂਡ ਸਟ੍ਰੈਸ। ਤੇ ਫੂਡ ਸਟ੍ਰੈਸ ਜਦੋਂ ਹੋ ਜਾਂਦਾ ਨਾ, ਫਿਰ ਤੁਹਾਡਾ ਅਗਲਾ ਜਿਹੜਾ ਜੇਬ ਤੇ ਭਾਰ ਪੈਂਦਾ, ਉਹ ਪੈਂਦਾ ਮੈਡੀਕਲ। ਫਿਰ ਹੂੰ। ਬਿਮਾਰੀਆਂ ਵੱਲ ਨੂੰ ਜ਼ਿਆਦਾ, ਜਿਹੜਾ ਕਿ ਆਲਰੇਡੀ ਬਹੁਤ ਜ਼ਿਆਦਾ ਵਾ ਇੱਥੇ। ਸੋ ਇਸ ਤੋਂ ਜੇ ਬੰਦਾ ਬਚ ਜਾਵੇ ਤਾਂ ਫਿਰ ਸਾਰੀਆਂ ਚੀਜ਼ਾਂ ਤੋਂ ਬਚ ਜਾਂਦਾ। ਸੋ ਬੇਸ਼ੱਕ ਇਹ ਸ਼ਬਦ ਔਖੇ ਜ਼ਰੂਰ ਨੇ, ਫੂਡ ਇਨਫਲੇਸ਼ਨ ਜਾਂ ਫੂਡ ਸਟ੍ਰੈਸ ਜਾਂ ਮੈਡੀਕਲ।
ਸ਼ਬਦ ਔਖੇ ਜ਼ਰੂਰ ਹੋ ਸਕਦੇ ਆ, ਪਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਨਹੀਂ, ਬਲਕਿ ਸਿੱਧੇ ਤਰੀਕੇ ਨਾਲ, ਜੇ ਆਪਾਂ ਇਹਨੂੰ ਆਮ ਸ਼ਬਦਾਂ 'ਚ ਕਹੀਏ, ਮਹਿੰਗਾਈ ਦੇ ਵਿੱਚ ਬੰਦਾ ਜੇਬ ਦਾ ਖਰਚਾ ਘਟਾਉਣ ਮਾਰਾ ਆਪਦੇ ਖਾਣ-ਪੀਣ ਦੀਆਂ ਚੀਜ਼ਾਂ ਤੇ ਖਰਚਾ ਘੱਟ ਕਰਨ ਲੱਗ ਪੈਂਦਾ, ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ, ਫਿਰ ਬਿਮਾਰੀਆਂ ਘੇਰ ਲੈਂਦੀਆਂ ਨੇ। ਇਹ ਉਹ ਕਹਿੰਦੇ ਕਿ ਇਹ ਸਿੱਧਾ ਰਾਹ ਨਹੀਂ ਹੈ ਅਸਲ ਦੇ ਵਿੱਚ। ਇਹ ਇਸ ਤਰ੍ਹਾਂ ਤੁਸੀਂ ਮਹਿੰਗਾਈ ਤੋਂ ਨਹੀਂ ਬਚ ਸਕਦੇ। ਤੁਸੀਂ ਮੈਡੀਕਲ ਵਾਲੇ ਪਾਸੇ ਪੈਸਾ ਵੇਸਟ ਕਰ ਦਿਓਗੇ। ਮਹਿੰਗਾਈ ਤੋਂ ਬਚਣ ਵਾਸਤੇ ਤੁਹਾਡੀਆਂ ਆਦਤਾਂ ਦਾ ਸੁਧਰਨਾ ਬਹੁਤ ਜ਼ਰੂਰੀ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਫਾਲਤੂ ਖਰਚੇ ਆ, ਉਹਨਾਂ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ। ਸੋ ਹੁਣ ਇਸ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਦਰਕਾਰ ਆ, ਉਹ ਹੈ ਕਿ ਸਰਕਾਰਾਂ ਵੀ ਜਿਹੜਾ ਕੰਟਰੋਲ ਕਰਨ, ਤਾਂ ਸਭ ਤੋਂ ਪਹਿਲਾਂ ਫੂਡ ਇਨਫਲੇਸ਼ਨ ਵਾਲੇ ਮਸਲੇ ਤੋਂ ਜੇਕਰ ਕੰਟਰੋਲ ਕਰਨ ਵਾਲੇ ਪਾਸੇ ਹੋਈਆਂ, ਤਾਂ ਸ਼ਾਇਦ ਇਹਦੇ ਤੋਂ ਥੋੜ੍ਹੀ ਜਿਹੀ ਨਿਜਾਤ ਮਿਲੂਗੀ। ਪਰ ਇੱਕ ਹਾਸੇ ਵਾਲੀ ਗੱਲ ਥੋੜ੍ਹੀ ਜਿਹੀ ਹੋਰ ਦੱਸ ਦਿੰਦਾ ਕਿ ਜ਼ਰੂਰ। ਜਦੋਂ ਤੁਸੀਂ ਇੰਡੀਆ ਗੱਲ ਕਰੋਗੇ ਵੀ ਬਈ ਇੱਥੇ ਮਹਿੰਗਾਈ ਹੈ ਜਾਂ ਇੱਥੇ ਆ, ਵੈਸੇ ਵੀ ਸਾਡੇ ਨਾਲ ਵਾਪਰਦਾ ਆਪਣੇ ਨਾਲ, ਹਨਾ? ਹੂੰ, ਹੂੰ, ਉਹ ਕਹਿਣਗੇ ਯਾਰ ਰੁਪਈਆ ਤਾਂ ਆਲਰੇਡੀ ਡਿੱਗਦਾ ਜਾਂਦਾ, ਡਾਲਰ ਤਾਂ ਤੁਹਾਡਾ ਤਕੜਾ ਹੁੰਦਾ ਜਾਂਦਾ ਹੈ, ਹੂੰ, ਹਾਲੇ ਹੂੰ, ਤੁਸੀਂ ਕਹਿਣਾ ਮਹਿੰਗਾਈ ਹੈ। ਸੋ ਇੱਕ ਹੂੰ। ਮਹੀਨ ਜਿਹਾ ਪਾੜਾ ਵਾ, ਜਿਹੜਾ ਕਿ ਜਿਸ ਤਨ ਲਾ ਕੇ ਸੋ ਤਨ ਜਾਣੇ, ਜਿਹੜਾ ਇੱਥੇ ਕਮਾਉਂਦਾ ਇੱਥੇ ਖਾਂਦਾ, ਉਹਨੂੰ ਉਸੇ ਭਾਅ ਹੀ ਪੈਂਦਾ, ਭਾਵੇਂ ਡਾਲਰ ਕਿਸੇ ਭਾਅ ਵੀ ਹੋਵੇ। ਇਹ ਦੇਖੋ ਇਹਦੇ ਨਾਲ ਕੱਲਾ ਪ੍ਰਵੀਨ ਵੀ ਜਿਹੜਾ ਖਰਚਾ ਕਰ ਰਿਹਾ ਆ ਉਹਦੇ ਤੇ ਅਸਰ ਨਹੀਂ ਆ ਵੀ ਜੀ, ਜਿੱਦਾਂ ਸਿੱਧਾ ਜੇਬ ਦੇ ਉੱਤੇ ਉਹਦੇ ਤੇ ਭਾਰ ਨਹੀਂ ਆ। ਬਹੁਤ ਸਾਰੇ ਜਿਹੜੇ ਬਿਜ਼ਨਸ ਆ ਉਹਨਾਂ ਲੋਕਾਂ ਦੇ ਉੱਤੇ ਟਿਕੇ ਆ ਜਿਨ੍ਹਾਂ ਨੇ ਰੋਜ਼ ਕੁਛ ਨਾ ਕੁਛ ਖਰੀਦਣਾ, ਕੁਛ ਨਾ ਕੁਛ ਖਾਣਾ, ਜਿਹੜੇ ਜੀ, ਸਟੋਰ ਵਗੈਰਾ ਨੇ ਉਹਨਾਂ ਸਾਰਿਆਂ ਦੇ ਉਹਨਾਂ ਦੇ ਉੱਤੇ ਬਹੁਤ ਅਸਰ ਪੈਣਾ। ਹੁਣ ਜਿਹਦੀ ਜੇਬ 'ਚ ਕੁਛ ਬਚੂਗਾ ਹੀ ਨਹੀਂ ਉਹ ਵਿਚਾਰਾ ਖਾਊਗਾ ਕੀ? ਜਿੱਦਾਂ ਜਿੱਦਾਂ ਹੁਣ ਕਹਾਵਤ ਦੀ ਹੈ, ਸ਼ਾਇਦ ਮੂਵੀ ਦਾ ਡਾਇਲੋਗ ਆ ਨਾ ਵੀ ਨੰਗਾ ਨਹਾਊਗਾ ਕੀ ਤੇ ਨਚੋੜੂਗਾ ਕੀ। ਸੋ ਨਿਚੋੜੂਗਾ ਕੀ ਬਸ। ਹਨਾ ਵੀ ਉਹ ਚੀਜ਼ ਬਿਲਕੁਲ, ਜਿਹੜੀ ਉਹ ਫਿਰ ਬਣ ਜਾਂਦੀ ਆ ਵੀ ਭਾਈ ਇਹ ਤੇ ਹੋਣਾ ਕੀ ਆ ਫਿਰ। ਸੋ ਸਾਰੇ ਪਾਸੇ ਹੀ ਜਿਹੜਾ ਇਸ ਦਾ ਅਸਰ ਹੋਣਾ। ਹੁਣ ਜਦੋਂ ਫਿਰ ਏਦਾਂ ਇਹ ਚੀਜ਼ ਹੋਊਗੀ, ਸੋ ਇਹ ਦੇਖੋ ਸਰਕਲ ਕਿੱਡਾ ਵਿਸ਼ਿਅਸ ਸਰਕਲ ਇਸ ਨੂੰ ਆਖਦੇ ਆ ਵੀ ਆਖਦੇ ਆ ਬਿਲਕੁਲ। ਵੀ ਕਿਸ ਤਰੀਕੇ ਦੇ ਨਾਲ ਪੂਰੀ ਘੁੰਮਣ ਘੇਰੀ ਪੈ ਕੇ ਉਹ ਪੈਂਦਾ ਆ। ਪਹਿਲੋਂ ਹੂੰ, ਜਿੰਨੇ ਖਰਚਣਾ ਆ ਉਹਦੀ ਜੇਬ 'ਚ ਘੱਟ, ਜੋ ਜਿੰਨੇ ਉਹਦੇ ਡਾਲਰ ਆ ਉਹਦੀ ਕੀਮਤ ਪਹਿਲੋਂ ਜਿਹੜੀ ਉਹ ਘੱਟ ਜਾਣੀ ਵੀ ਯਾਰ ਉਨੇ ਦੀ ਉਹ ਸਮਾਨ ਨਹੀਂ ਆਉਣਾ। ਹੁਣ ਤੁਸੀਂ $100 ਦੀ ਗਰੋਸਰੀ ਲੈਣ ਜਾਓ, ਮਸਾਂ ਹੀ ਹੂੰ, 7-8 ਚੀਜ਼ਾਂ ਆਉਂਦੀਆਂ। ਅੱਗੇ ਜੀ, ਅੱਗੇ ਦੇ ਜਿਹੜੇ ਲੋਕ ਆ ਪੂਰੀ ਕਾਰਟ ਵੀ ਭਰ ਲੈਂਦੇ ਸੀ ਉਹਦੇ ਨਾਲ, ਹਨਾ? ਉਹ ਸਾਰੀਆਂ ਚੀਜ਼ਾਂ ਦਾ ਅਸਰ ਪੈ ਗਿਆ। ਉਹਨੇ ਖਰਚਾ ਘਟਾ ਦੇਣਾ, ਜਿੱਥੇ ਉਹਨੇ ਖਰਚਾ ਕਰਨ ਜਾਣਾ ਆ, ਉਹਨੂੰ ਜਿਹੜਾ ਉਹਦੇ ਵਿੱਚ ਮਾਰਜਿਨ ਆ ਉਹ ਘੱਟ ਜਾਣਾ। ਉਹਦੇ ਵਿੱਚ ਉਹਨੇ ਕਹਿਣਾ ਯਾਰ ਜਿੱਥੇ ਮੇਰੇ 2 ਇੰਪਲਾਈ ਆ ਉੱਥੇ ਹੁਣ ਮੈਂ 1 ਕਰੂੰਗਾ, 1 ਦੀ ਜੌਬ ਜਾਣੀ ਆ। ਸੋ ਹੁਣ ਹੌਲੀ-ਹੌਲੀ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਰਕਲ ਦਾ ਅਸਰ ਕਿੱਥੇ ਤੱਕ ਜਾ ਕੇ ਪੈਣਾ ਆ। ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਉਹ ਛੁੱਟਣੀਆਂ ਸ਼ੁਰੂ ਹੋ ਜਾਣੀਆਂ। ਕੰਪਨੀਆਂ ਨੇ ਕਹਿਣਾ ਵੀ ਅਸੀਂ ਆਪਣੇ ਬਜਟ ਨੂੰ ਦੇਖਣਾ ਆ, ਅਸੀਂ ਆਪਣਾ ਮੁਨਾਫ਼ਾ ਦੇਖਣਾ ਵੀ ਕਿੱਥੇ ਸਾਨੂੰ ਠੀਕ ਆ। ਉਹਦੇ ਨਾਲ ਜਿਹੜਾ ਫਿਰ ਉਹ ਰਿਸੈਸ਼ਨ, ਮੰਦੀ ਦਾ ਦੌਰ ਜਿਹੜਾ ਉਹ ਆ ਸਕਦਾ ਆ ਤੇ ਇਹ ਥਾਂ ਤੋਂ ਥਾਂ ਜਿਹੜਾ ਕੰਮ ਉਹ ਤੁਰਦਾ ਜਾਂਦਾ ਆ ਤੇ ਫਿਰ ਜਦੋਂ ਇਹ ਚੀਜ਼ ਹੋਣ ਲੱਗ ਜਾਂਦੀ ਆ, ਫਿਰ ਅਸਰ ਬਹੁਤ ਭੈੜਾ ਪੈਂਦਾ ਹੈ। ਸੋ ਇਹਦੇ ਲਈ ਇਹ ਨਾ ਵੀ ਆਪਾਂ ਨੂੰ ਪਹਿਲਾਂ ਹੀ ਸੰਕੋਚ ਕੇ ਚੱਲਣ ਦੀ ਪ੍ਰਵੀਨ ਆਪਾਂ ਨੂੰ ਜਿਹੜਾ ਉਹ ਚੀਜ਼ ਚਾਹੀਦੀ ਹੁੰਦੀ ਆ ਵੀ ਜੀ, ਓਨਾ ਕੀ ਜਿਹੜਾ ਉਹ ਖਰਚਾ ਕਰੋ ਜਿੰਨਾ ਕੁ ਚਾਦਰ ਦੇ ਵਿੱਚ ਜਿਹੜਾ ਉਹ ਰਹਿ ਕੇ ਕਰ ਸਕਦੇ ਆ। ਇਹ ਇਕੱਲੇ ਮਹਿੰਗਾਈ ਦੇ ਦੌਰ ਦੀ ਗੱਲ ਨਹੀਂ ਆ, ਇਹ ਆਮ ਜ਼ਿੰਦਗੀ ਦੇ ਵਿੱਚ ਵੀ ਇਹੀ ਗੱਲ ਆ। ਜੇ ਹੁਣ ਕੋਈ ਹੋਰ ਜਾਣਾ ਉਹ $1,00,000 ਦੀ ਚੀਜ਼ ਖਰੀਦ ਕੇ ਲੈ ਕੇ ਆ ਰਿਹਾ, ਜੇ ਉਹਦਾ ਸਰਦਾ ਹੈ ਤਾਂ ਲਿਆ ਵੀ ਫਿਰ ਆਪਾਂ ਅੱਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਨਾ ਕਰੀਏ ਵੀ ਜੇ ਉਹਨੇ ਹੂੰ, ਮਹਿੰਗੀ ਗੱਡੀ ਲਈ ਆ ਤੇ ਭਾਈ ਹੁਣ ਮੈਂ ਵੀ ਲੈਣੀ, ਉਹਨੇ ਵੱਡਾ ਘਰ ਲਿਆ ਤੇ ਹੁਣ ਮੈਂ ਵੀ ਵੱਡਾ ਘਰ ਲੈਣਾ ਆ। ਏਦਾਂ ਨਾ ਕਰੋ, ਆਪਣੀ ਚਾਦਰ ਨੂੰ ਦੇਖ ਕੇ ਪੈਰ ਪਸਾਰੋ। ਸਮਾਂ ਦੇਖੋ ਬਹੁਤ ਜਲਦੀ ਜਿਹੜਾ ਤਬਦੀਲ ਹੋ ਜਾਂਦਾ, ਬਦਲ ਜਾਂਦਾ ਆ। ਆਪਾਂ ਨੂੰ ਬਹੁਤ ਸੰਜਮ ਦੇ ਨਾਲ, ਸਬਰ ਦੇ ਨਾਲ ਰਹਿਣ ਦੇ ਲਈ ਸਿੰਪਲ ਲਿਵਿੰਗ ਵਾਲੇ ਪਾਸੇ ਵੱਲ ਨੂੰ ਵਧਣਾ ਚਾਹੀਦਾ ਹੈ। ਜੀ ਬਿਲਕੁਲ, ਰਾਜ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਕਾਲਰ ਨਿਰਮਲ ਸਿੰਘ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ, ਉਸ ਤੋਂ ਬਾਅਦ ਚਰਚਾ ਨੂੰ ਅੱਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਨਿਰਮਲ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਾਨੂੰ ਬੜਾ ਮਾਣ ਹੈ, ਪਹਿਲੀ ਗੱਲ ਤਾਂ ਪੰਜਾਬੀ ਰੇਡੀਓ ਤੇ ਕਿ ਹਮੇਸ਼ਾ ਹੀ ਕੋਈ ਨਾ ਕੋਈ ਵਧੀਆ ਟਾਪਿਕ ਜਾਂ ਜਿਹੜੇ ਲੋਕਲ ਟਾਪਿਕ ਜਿਹੜੇ ਕਿ ਜੀ, ਤਾਜ਼ੇ ਟਾਪਿਕ ਹੁੰਦੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਤੁਸੀਂ ਲੈ ਕੇ ਆਉਂਦੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ, ਥੈਂਕ ਯੂ ਜੀ। ਤੇ ਮੈਂ ਥੋੜੀ ਜਿਹੀ ਗੱਲ ਇੰਨੀ ਕਿ ਇਹਦੇ 'ਚ ਜੋੜਨੀ ਚਾਹੁੰਦਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਕਾਸਕੋ ਜਾਂਦੇ ਹਾਂ ਤਾਂ ਉੱਥੇ ਸਾਨੂੰ ਕਾਫੀ ਜ਼ਿਆਦਾ ਬਲਕ ਹੂੰ, ਦੇ ਰੂਪ 'ਚ ਸਾਨੂੰ ਸਮਾਨ ਲਿਆਉਣਾ ਪੈਂਦਾ ਹੈ। ਹੂੰ, 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 ਤੇ ਉਹ ਮੈਂ ਦੇਖਿਆ ਵੀ ਘਰ ਆ ਕੇ ਇੰਨਾ ਖਰਾਬ ਹੋ ਜਾਂਦਾ ਹੈ, ਏਦਾਂ ਦਾ ਖਾ ਹੁੰਦਾ ਸਪੈਸ਼ਲੀ ਸਾਡਾ ਫੂਡ ਜਿਹੜਾ ਹੈਗਾ। ਹੂੰ, ਹਾਂਜੀ, ਤੇ ਫੂਡ ਦੀ ਜ਼ਿਆਦਾ ਗੱਲ ਹੈਗੀ ਅੱਜ ਕੱਲ੍ਹ। ਤੁਸੀਂ ਫੂਡ ਦੀ ਗੱਲ ਜਿਹੜੀ ਮੇਨ ਰੱਖੀ ਇਹਦੇ ਵਿੱਚ, ਜੀ, 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 ਜੀ। ਤੇ ਮੇਰੀ ਤਾਂ ਰਿਕੁਐਸਟ ਇਹ ਹੈ ਕਿ ਉੱਥੋਂ ਨਾਲ ਭਾਵੇਂ ਥੋੜਾ ਲੈ ਆਓ, ਸਮਾਨ ਸਹੀ ਗੱਲ। ਥੋੜਾ ਲੈ ਕੇ ਉਹਨਾਂ ਕੁ ਯੂਜ਼ ਕਰੋ ਤੇ ਉਦੋਂ ਬਾਅਦ ਭਾਵੇਂ ਅਸੀਂ ਹੋਰ ਲੈ ਆਓ।
ਨਾਲ ਅੱਜ ਕੱਲ੍ਹ ਸਟੋਰ ਤੋਂ ਕੋਈ ਦੂਰ ਹੈ ਨਹੀਂ, ਸਾਰਿਆਂ ਦੇ ਨਹੀਂ ਕੋਲ ਦੂਰ ਨਹੀਂ, ਕੋਈ ਸਹੀ ਨੇੜੇ ਗੱਲ। ਨੇੜੇ ਹੈਗੇ ਆ। ਹੂੰ ਸਭ ਤੋਂ ਮੇਰੇ ਖਿਆਲ ਤੋਂ ਸਭ ਤੋਂ ਵੱਡੀ ਸਲਾਹ, ਅੱਛੀ ਸਲਾਹ ਇਹ, ਬਾਕੀ ਜਿਹਨਾਂ ਦੇ ਕੋਲ ਪੈਸਾ ਹੈਗਾ ਉਹਨਾਂ ਤੋਂ ਕੋਈ ਪਰਵਾਹ ਨਹੀਂ। ਜੀ ਹੂੰ ਦੇ ਡੋਂਟ ਕੇਅਰ ਅਬਾਊਟ ਐਨੀਥਿੰਗ, ਕੋਈ ਮਹਿੰਗਾਈ ਹੋ ਜਾਵੇ, ਕੁਛ ਹੋ ਜਾਵੇ। ਪਰ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਸੋਚਣਾ ਕਿ ਆਉਣ ਵਾਲਾ ਸਮਾਂ ਪਤਾ ਨਹੀਂ ਕਿੱਦਾਂ ਦਾ ਹੋਣਾ, ਵੀ ਸਾਨੂੰ ਕੁਛ ਅੱਗੇ ਵਾਸਤੇ ਸੇਵ ਕਰਨਾ ਚਾਹੀਦਾ, ਆਉਣ ਵਾਲੇ ਸਮੇਂ ਵਾਸਤੇ ਸੇਵ ਕਰਨਾ ਚਾਹੀਦਾ, ਉਹਨਾਂ ਵਾਸਤੇ ਮੇਰੀ ਸਲਾਹ ਇਹੀ ਹੈ ਕਿ ਵੀ ਉਹਨਾਂ ਕੁ ਸਮਾਨ ਲੈ ਕੇ ਆਓ ਜਿੰਨਾ ਕੁ ਵਰਤਣਾ ਆ, ਖਰਾਬ ਨਾ ਹੋਵੇ, ਖਰਾਬ ਜੀ, ਨਾ ਨਾ ਬਿਲਕੁਲ ਹੋਵੇ ਕੋਈ ਜੀ, ਚੀਜ਼। ਬਿਲਕੁਲ ਜੀ। ਹੋਰ ਥੈਂਕ ਯੂ ਨਿਰਮਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵਧੀਆ ਜੀ। ਸਲਾਹ ਜੀ, ਬਹੁਤ ਵਧੀਆ, ਥੈਂਕ ਥੈਂਕ ਯੂ ਜੀ। ਥੈਂਕ ਬਿਲਕੁਲ, ਵੈਸੇ ਵੀ ਅਮਰੀਕਾ ਦੇ ਬਾਰੇ ਆਖਿਆ ਜਾਂਦਾ ਹੈ ਵੀ 30 ਤੋਂ 40% ਜਿਹੜੀ ਫੂਡ ਦੀ ਵੇਸਟੇਜ ਇੱਥੇ ਹੋ ਜਾਂਦੀ ਆ, ਸਮਾਨ ਪਿਆ ਰਹਿ, ਤੁਸੀਂ ਵੀ ਆਪਣੀਆਂ ਫਰਿੱਜਾਂ ਦੇ ਵਿੱਚ ਦੇਖ ਲਿਓ, ਕਈ ਵਾਰੀ ਸਮਾਨ ਬਣਿਆ ਪਿਆ ਰਹਿ ਜਾਂਦਾ, ਫਿਰ ਕਹਿੰਦੇ ਵੀ ਅੱਜ ਨਵੀਂ ਚੀਜ਼ ਆਪਾਂ ਧਰ ਲੈਨੇ, ਕੁਛ ਹੋਰ ਬਣਾ ਕੇ ਖਾ ਲੈਨੇ ਆ, ਪੁਰਾਣੇ ਪਏ ਵੱਲ ਨੂੰ ਕਈ ਵਾਰੀ ਧਿਆਨ ਨਹੀਂ ਆਪਾਂ ਉਹ ਦਿੰਦੇ। ਸੋ ਆਪਾਂ ਨੂੰ ਇਹ ਨਾ ਪ੍ਰਵੀਨ, ਜਿੱਦਾਂ ਆਪਾਂ ਇਹ ਜਿਹੜੀਆਂ ਗੱਲਾਂ ਕਰ ਰਹੇ ਹਾਂ ਨਾ, ਇਹ ਇਕੱਲੀ ਮਹਿੰਗਾਈ ਦੇ ਦੌਰ ਵਾਸਤੇ ਨਹੀਂ ਆ, ਇਹ ਆਮ ਜ਼ਿੰਦਗੀ ਦੀਆਂ ਇਹ ਗੱਲਾਂ ਨੇ। ਕਿਸੇ ਵੀ ਆਦਤਾਂ ਜਿਹੜੀਆਂ ਆਪਾਂ ਨਾ, ਜੇ ਜਿੰਨੀਆਂ ਮਰਜ਼ੀ ਵਿਗਾੜ ਲਓ, ਵਿਗਾੜਨ ਨੂੰ ਤਾਂ ਕੋਈ ਉਹਦਾ ਅੰਤ ਹੀ ਨਹੀਂ ਹੈ, ਜਿੰਨੀਆਂ ਮਰਜ਼ੀ ਜਿਹੜਾ ਉਹ ਵਿਗਾੜ ਕੇ ਚੱਲੀ ਜਾਓ। ਹੁਣ ਆਪਾਂ ਕਈ ਵਾਰੀ ਘਰਾਂ 'ਚ ਦੇਖਦੇ ਹਾਂ, ਬਿਜਲੀ ਤੁਸੀਂ ਉਸ ਕਮਰੇ 'ਚ ਨਹੀਂ ਹੁੰਦੇ, ਉਹਦੇ ਵਿੱਚ ਚੱਲਦਾ ਛੱਡ ਆਉਂਦੇ ਪੱਖਾ, ਬਿਜਲੀ ਚੱਲੀ ਜਾਂਦੀ ਹੈ, ਸਾਰਾ ਕੁਝ ਚੱਲੀ ਜਾਂਦਾ। ਜਦੋਂ ਆਪਾਂ ਉੱਥੇ ਤੇ ਜਦੋਂ ਆਪਾਂ ਨੂੰ ਘੱਟ ਬਿਜਲੀ ਮਿਲਦੀ ਸੀ, ਜਦੋਂ ਮਿਲਦੀ ਸੀਗੀ, ਤੇ ਫਿਰ ਕੰਨ ਤੇ ਠਾਹ ਕਰਕੇ ਵੱਜਦੀ ਹੁੰਦੀ ਜੇ ਚੱਲਦੀ ਛੱਡਦੀ ਰਹਿ ਜਾਈਏ, ਫਿਰ ਏਦਾਂ ਕਰਦੇ ਸੀਗੇ। ਸੋ ਹੁਣ ਇਹ ਬੰਦਿਆਂ ਨੂੰ ਦੁਬਾਰਾ ਇਹ ਸੋਚਣ ਦੀ ਲੋੜ ਆ, ਕਿਉਂਕਿ ਐਨਰਜੀ ਕਿਤੇ ਨਾ ਕਿਤੇ ਪ੍ਰੋਡਿਊਸ ਹੋਣੀ ਆ। ਹਾਂ, ਉਹਦਾ ਪੇ ਕਰਨਾ, ਕੋਈ ਮਹਿੰਗਾ ਆ, ਕੋਈ ਸਸਤੀ ਥੋੜ੍ਹੀ ਹੁੰਦੀ ਆ। ਸੋ ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਜਾਣ ਕੇ ਵੀ ਕੰਜੂਸ ਬਣਾਉਣ ਨੂੰ ਕਹਿ ਰਹੇ, ਨਹੀਂ। ਆਪਾਂ ਇਹ ਤੁਹਾਨੂੰ ਕਹਿ ਰਹੇ ਹਾਂ ਵੀ ਜਿੰਨੀ ਜ਼ਰੂਰਤ ਆ ਜਿਹੜੀ ਚੀਜ਼ ਦੀ, ਓਨੀ ਜਿਹੜੀ ਤੁਹਾਨੂੰ ਜਿਹੜੀ ਉਹ ਰੱਖਣੀ ਚਾਹੀਦੀ ਆ, ਓਨੀ ਉਹ ਲੈਣੀ ਚਾਹੀਦੀ ਆ। ਇੱਕ ਨਾ ਦਿਲ ਬੜਾ ਬੰਦਿਆਂ ਦਾ, ਜਦੋਂ ਬੰਦਾ ਹੋਵੇ, ਬੁੜੀ ਹੋਵੇ, ਸਾਡੀ ਭੈਣ ਹੋਵੇ, ਜੋ ਮਰਜ਼ੀ ਆ, ਜਦੋਂ ਕਈ ਵਾਰੀ ਜਾਂਦੇ ਨਾ ਸਟੋਰਾਂ ਤੇ, ਉਹ ਵੱਡੇ ਉਹਨਾਂ ਨੇ ਆਫਰ ਜੇ ਲਾਏ ਹੁੰਦੇ ਆ, ਉੱਤੇ ਲਿਖਿਆ ਹੁੰਦਾ ਵੀ -20%, -50%। ਉਹ ਮੈਂ ਕਿਹਾ ਜੀ, ਆ ਵੇਖਦੇ ਹੋ, ਆਹ ਦੇਖੋ, ਇਹ ਤਾਂ 50% ਸੇਲ ਲੱਗ ਗਈ ਆ, ਇਹ ਤਾਂ ਬਾਅਦ 'ਚ ਪਤਾ ਨਹੀਂ ਮਿਲੇ ਨਾ ਮਿਲੇ, ਹੁਣੇ ਚੱਕੋ ਇਹਨੂੰ, ਹੁਣੇ ਚੱਕ ਲਈਏ, ਤੋਂ ਵੱਲੋਂ ਰਹਿ ਨਾ ਜਾਵੇ। ਉਦੋਂ ਜੇ ਤੁਹਾਨੂੰ ਨਹੀਂ ਜ਼ਰੂਰਤ, ਤੇ ਭਾਈ ਤੁਹਾਨੂੰ ਨਹੀਂ ਲੈਣਾ ਚਾਹੀਦਾ। ਮੌਕੇ ਪਏ ਤੇ ਜਿਹੜਾ ਉਹ ਤੁਸੀਂ ਲਓ। ਕਈ ਵਾਰੀ ਆਪ ਮੈਂ ਸਾਰਿਆਂ ਨੂੰ ਕਹਿ ਤਾਂ ਰਿਹਾ, ਬੰਦਾ ਕਈ ਵਾਰੀ ਆਪ ਆਪਣੀ ਇਸ ਮਨ ਦਾ ਜਿਹੜਾ ਸ਼ਿਕਾਰ ਆ, ਉਹ ਖੁਦ ਵੀ ਬੰਦਾ ਜਿਹੜਾ ਉਹ ਹੋ ਜਾਂਦਾ ਆ। ਪਰ ਇਹ ਵੀ ਆਪਾਂ ਨੂੰ ਆਦਤਾਂ ਹੌਲੀ-ਹੌਲੀ ਇਸ ਪਾਸੇ ਵੱਲ ਨੂੰ ਪਾਉਣੀਆਂ ਪੈਣੀਆਂ ਆ। ਪਰਿਵਾਰਾਂ ਵਿੱਚ ਕੀ ਹੁੰਦਾ ਹੈ ਨਾ ਪ੍ਰਵੀਨ, ਯੈਸ ਮੈਨ ਆਪਾਂ ਬਣ ਜਾਂਦੇ ਆ, ਵੀ ਤੁਹਾਡੇ ਨਾਲ ਦੇ ਨੇ ਕਿਹਾ, ਚੱਲ ਕੋਈ ਨੀ ਵਾਲੀ ਗੱਲ ਜਿਹੜੀ ਉਹ ਆਪਾਂ ਹੱਥ ਪਾ ਲੈਂਦੇ ਆ। ਪਰ ਉੱਥੇ ਆਪਾਂ ਨੂੰ ਥੋੜ੍ਹਾ ਜਿਹਾ ਇੱਕ ਦੂਜੇ ਨੂੰ ਨਾਲ ਉਸਨੂੰ ਰੋਕਣਾ, ਵਰਜਣਾ ਜਿਹੜਾ ਉਹ ਚਾਹੀਦਾ ਆ, ਵੀ ਭਾਈ ਕੰਟਰੋਲ ਰੱਖੋ, ਖਰਚਾ ਐਵੇਂ ਵਧੇਰੇ ਜਿਹੜੇ ਕਰਨ ਦਾ ਉਹਦਾ ਕੋਈ ਫਾਇਦਾ ਨਹੀਂ। ਜਿੰਨੀ ਜ਼ਰੂਰਤ ਆ ਓਨਾ ਹੀ ਜਿਹੜੀ ਚੀਜ਼ ਆ ਉਹ ਤੁਹਾਨੂੰ ਲੈਣੀ ਚਾਹੀਦੀ ਆ, ਓਨੀ ਹੀ ਚੀਜ਼ ਜਿਹੜੀ ਉਹ ਖਰੀਦਣੀ ਚਾਹੀਦੀ ਆ। ਉਸਦਾ ਅਸਰ ਜਿਹੜਾ ਆ ਅਦਰਵਾਈਜ਼ ਉਹ ਕੋਈ ਨਹੀਂ ਰਹਿ ਜਾਂਦਾ। ਤੁਸੀਂ ਹੋਰ ਪਾਸੇ ਬਾਅਦ ਦੇ ਵਿੱਚ ਕੱਟ ਕਰੋਗੇ, ਇੱਧਰ ਮਹਿੰਗੀ ਚੀਜ਼ ਲਈ ਜਾਓਗੇ, ਬਾਅਦ 'ਚ ਰਾਸ਼ਨ ਵਾਲੇ ਪਾਸੇ ਘਟਾਓਗੇ, ਉਹਦਾ ਫਾਇਦਾ ਨਹੀਂ। ਉਹਦੇ ਨਾਲੋਂ ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਨਾ ਲੈ ਕੇ ਰਾਸ਼ਨ ਤੇ ਆਪਣਾ ਪੂਰਾ ਤੁਸੀਂ ਜਿਹੜਾ ਖਰਚਾ ਕਰਨਾ ਆ, ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੋ। ਹਾਂਜੀ, ਬਿਲਕੁਲ। ਜਿਹੜੀਆਂ ਕੰਪਨੀਆਂ, ਜਿਹੜਾ ਤੁਸੀਂ ਕਹਿੰਦੇ ਹੋ ਨਾ, ਆਹ 40% ਲੱਗ ਗਿਆ, 50% ਲੱਗ ਗਿਆ। ਜਿਹੜੀਆਂ ਕੰਪਨੀਆਂ ਨੇ, ਵੱਡੀਆਂ ਕੰਪਨੀਆਂ, ਉਹਨਾਂ ਦੇ ਜਿਹੜੇ ਥਿੰਕ ਟੈਂਕ ਨੇ, ਉਹਨਾਂ ਨੂੰ ਲੱਖਾਂ-ਲੱਖਾਂ ਡਾਲਰ ਉਹ ਸੈਲਰੀ ਦਿੰਦੇ ਆ, ਸਿਰਫ ਇਹ ਸੋਚਣ ਵਾਸਤੇ ਕਿ ਬਈ ਤੁਸੀਂ ਬੰਦੇ ਦੀ ਜੇਬ 'ਚ ਪੈਸੇ ਕਿਵੇਂ ਕਢਾਉਣੇ ਆ। ਕਿੱਦਾਂ ਕਢਾਉਣੇ ਆ, ਠੀਕ ਹਾਂ। ਹੈ। ਸੋ ਇਹੀ ਮਾਰਕੀਟਿੰਗ ਦੇ ਇਹੀ ਸਕਿੱਲ ਹੈ ਵੀ ਤੁਸੀਂ ਗੰਗੇ ਨੂੰ ਕੰਘੀ ਵੇਚਣੀ ਆ ਬਸ, ਹਨਾ। ਤੇ ਜਿਹੜਾ ਕੰਘੀ ਵੇਚਣ ਆ ਗਿਆ, ਬਸ ਉਹਨੇ ਫਿਰ ਆਫਰ ਉਸ ਹਿਸਾਬ ਨਾਲ ਹੀ ਲਾਉਣੀ ਆ ਵੀ ਤੁਹਾਡਾ ਜਿਹੜਾ ਬਟੂਆ, ਉਹਨੇ ਪਰਸ ਆ ਤੁਹਾਡਾ, ਉਹ ਹਲਕਾ ਕਰ ਦੇਣਾ, ਤੁਹਾਡੀ ਜੇਬ ਹਲਕੀ ਕਰ ਦੇਣੀ ਹੈ। ਅਸਲ ਦੇ ਵਿੱਚ ਇਹਦਾ ਇੱਕ ਹੋਰ ਵੀ ਕਾਰਨ ਹੈਗਾ ਛੋਟਾ ਜਿਹਾ। ਉਹ ਇਹ ਕਾਰਨ ਹੈ ਕਿ ਜਿਹੜੀ ਹੁਣ ਦੀ ਮਨੁੱਖੀ ਸੋਚ ਹੈ, ਚਾਹੇ ਤੁਸੀਂ ਕਿਸੇ ਵੀ ਸੱਭਿਅਤਾ 'ਚ ਲੈ ਲਓ, ਕਿਸੇ ਵੀ ਮਾਹੌਲ 'ਚ ਲੈ ਲਓ, ਕਿਸੇ ਵੀ ਸਮਾਜ ਦੇ ਵਿੱਚ ਲੈ ਲਓ, ਚਾਹੇ ਪੰਜਾਬੀ ਆ ਆਪਾਂ, ਚਾਹੇ ਤੁਸੀਂ ਮੈਕਸੀਕਨ ਲੋਕਾਂ ਤੇ ਨਜ਼ਰ ਮਾਰ ਲਓ, ਵੀਅਤਨਾਮੀਆਂ ਤੇ ਮਾਰ ਲਓ, ਥੋੜ੍ਹੇ ਜਿਹੇ ਅਸੀਂ ਪਦਾਰਥਵਾਦੀ ਵੀ ਹੋ ਗਏ ਆ। ਥੋੜੇ ਚੀਜ਼ਾਂ ਜਿਹੇ। ਸਾਡੀਆਂ ਕਮਜ਼ੋਰੀ ਬਣ ਗਈਆਂ ਨੇ। ਚਾਹੁੰਦੇ ਹੋਏ ਵੀ, ਮਤਲਬ ਇਹ ਨਹੀਂ ਹੈ ਕਿ ਆਪਸ਼ਨਸ ਨਹੀਂ ਹੈ, ਕਈ ਲੋਕਾਂ ਕੋਲ ਤਾਂ ਹੋਣੀਆਂ ਨੇ, ਪਰ ਕਈਆਂ ਕੋਲ, ਜਿਨ੍ਹਾਂ ਕੋਲੇ ਆਪਸ਼ਨਸ ਹੈਗੀਆਂ, ਉਹਨਾਂ ਨੇ ਵਰਤਣੀਆਂ ਛੱਡਤੀਆਂ। ਬੈਕਯਾਰਡ ਹੈਗੇ ਨੇ, ਪਰ ਸਬਜ਼ੀ ਮਾਲ 'ਚ ਆਉਂਦੀ ਆ। ਹੋਰ ਚੀਜ਼ਾਂ ਦੇ ਲਈ ਪੈਸਾ ਬਚਾ ਜਾ ਸਕਦਾ, ਪਰ ਆਦਤਾਂ ਸਹੀ ਨਹੀਂ ਹੈ। ਮੈਂ ਦੇਖਿਆ ਕਈ ਲੋਕਾਂ ਨੇ ਇੱਥੇ, ਆਪਣੇ ਪੰਜਾਬੀਆਂ ਨੂੰ 12 ਮਹੀਨੇ 30 ਦਿਨ, ਜਿਹਨੂੰ ਆਪਾਂ ਸ਼ਬਦ ਵਰਤਦੇ ਹਾਂ ਅਸਲ ਦੇ ਵਿੱਚ, ਘਰ ਦੀ ਸਬਜ਼ੀ ਖਾਂਦੇ ਨੇ, ਉਗਾਉਂਦੇ ਨੇ,
ਚੰਗਾ ਖਾਂਦੇ ਨੇ, ਆਰਗੈਨਿਕ ਆ, ਜੇਬ ਤੇ ਭਾਰ ਨਹੀਂ ਹੈ, ਘਰ ਦੀ ਹੈ, ਆਪਦੀ ਵੀ ਤਾਜ਼ੀ ਆ। ਸਰੀਰ ਦੀ, ਹਾਂਜੀ, ਹੂੰ। ਸਰੀਰ ਦੀ ਵੀ ਉਹਨਾਂ ਦੀ ਵਰਜਿਸ਼ ਹੈ, ਸਵੇਰੇ ਸ਼ਾਮ ਤੁਸੀਂ ਵੈਸੇ ਹੀ ਕੁਦਰਤ ਦੇ ਨੇੜੇ ਹੁੰਦੇ ਹੋ, ਮਨ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ, ਜਦੋਂ ਤੁਸੀਂ ਦਰਖਤਾਂ 'ਚ ਜਾਂਦੇ ਹੋ, ਫਲਾਂ ਸਬਜ਼ੀਆਂ ਕਰਨ ਨੂੰ ਕੀਤਾ ਜਾ ਸਕਦਾ ਜੇ ਸਾਡੀਆਂ ਆਦਤਾਂ ਦੇ ਵਿੱਚ ਸ਼ੁਮਾਰ ਹੋਵੇ। ਹੁਣ ਇਹ ਗੱਲ ਉਹਨਾਂ ਲੋਕਾਂ ਦੇ ਤਾਂ ਬੇਸ਼ੱਕ ਨਹੀਂ ਲਾਗੂ ਕੀਤੀ ਜਾ ਸਕਦੀ ਜਿਹੜੇ ਅਪਾਰਟਮੈਂਟਸ ਦੇ ਵਿੱਚ ਰਹਿੰਦੇ ਨੇ, ਪਰ ਮੋਸਟਲੀ ਇਹ ਸਾਰੀ ਦੁਨੀਆ ਤਾਂ ਅਪਾਰਟਮੈਂਟਸ ਦੇ ਵਿੱਚ ਨਹੀਂ ਨਾ ਰਹਿੰਦੀ, ਸਾਰੀ ਦੁਨੀਆ ਤਾਂ 5ਵੀਂ ਮੰਜ਼ਿਲ ਤੇ ਨਹੀਂ ਨਾ ਰਹਿੰਦੀ, ਬਹੁਤ ਲੋਕ ਗਰਾਊਂਡ ਤੇ ਵੀ ਰਹਿੰਦੇ ਨੇ। ਸੋ ਇੱਕ ਹੂੰ। ਦਿਨ ਮੈਨੂੰ ਕਿਸੇ ਆਪਣੇ ਪੰਜਾਬੀ ਭਰਾ ਨੇ ਦੱਸਿਆ ਵੀ ਜਿਹੜੇ ਮੈਕਸੀਕਨ ਲੋਕ ਨੇ ਜਿਹੜੇ ਖੇਤੀਬਾੜੀ ਨਾਲ ਜੁੜੇ ਨੇ, ਜੀ, ਜੀ। ਉਹ ਕਦੇ ਵੀ ਦੁੱਧ ਦੇ ਲਈ ਉਹ ਸਟੋਰ ਤੇ ਨਹੀਂ ਜਾਣਗੇ। ਹੂੰ, 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 ਉਹਨਾਂ ਹੂੰ। ਦੀ ਆਦਤ ਦੇ ਵਿੱਚ ਸ਼ੁਮਾਰ ਹੈ ਚੀਜ਼ਾਂ। ਸੋ ਇਸੇ ਤਰ੍ਹਾਂ ਹੀ ਹੈ, ਬੇਸ਼ੱਕ ਅਸੀਂ ਘਰੇ ਬੱਕਰੀਆਂ ਤਾਂ ਨਹੀਂ ਪਾਲ ਸਕਦੇ, ਪਰ ਅਸੀਂ ਵੀ ਕੁਛ ਨਾ ਕੁਛ ਤਾਂ ਏਦਾਂ ਐਡ ਕਰ ਸਕਦੇ ਆ ਨਾ ਵੀ ਆਹ ਚੀਜ਼ਾਂ ਯਾਰ ਬੇਲੋੜੀਆਂ ਨੇ ਸਾਡੀਆਂ। ਜਿਵੇਂ ਹੁਣ ਫਰਿੱਜਾਂ ਦਾ ਜ਼ਿਕਰ ਕੀਤਾ ਜਾਂ ਨਿਰਮਲ ਸਿੰਘ ਜੀ ਗੱਲ ਕਰਕੇ ਗਿਆ ਵੀ ਅਸੀਂ ਫੂਡ ਸਿੱਟਦੇ ਹਾਂ। ਤੁਸੀਂ ਦੱਸਿਆ ਵੀ 30% ਪਤਾ ਨਹੀਂ ਕਿੰਨੇ % ਫੂਡ ਜਿਹੜਾ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੋ, 30 ਹਾਂਜੀ। ਵੇਸਟ ਹੁੰਦਾ। ਜੀ, ਤਾਂ ਜੀ। ਉਹ ਕਾਹਦੇ ਲਈ ਕਿਉਂ ਵੇਸਟ ਹੁੰਦਾ? ਮਿਸਮੈਨੇਜਮੈਂਟ ਆ ਸਾਡੀ। ਸਾਨੂੰ ਪਤਾ ਹੀ ਨਹੀਂ ਸਾਨੂੰ ਹੂੰ। ਹਫ਼ਤੇ ਲਈ ਕਿੰਨਾ ਚਾਹੀਦਾ। ਅਸੀਂ ਉੱਥੋਂ ਕਾਰਟ ਭਰਿਆ, ਫਰਿੱਜ ਭਰਤੀ ਆ ਕੇ, ਔਰ ਦੇਖੋ ਸਿਆਣੇ ਕਹਿੰਦੇ ਆ ਵੀ ਜਿੰਨੀ ਤੁਹਾਡੀ ਫਰਿੱਜ ਭਰੀ ਹੋਈ ਹੈ ਨਾ, ਓਨਾ ਤੁਹਾਡਾ ਮਿਹਦਾ ਬਿਮਾਰ ਆ ਬਸ। ਇਹ ਹੂੰ। ਜੀ। ਸਿੱਧਾ ਜਿਹਾ ਫੰਡਾ ਇਹ, ਜ਼ਿਆਦਾ ਇਹਦੇ ਤੇ ਕੈਲਕੂਲੇਸ਼ਨ ਦੀ ਨੀ ਤੁਹਾਨੂੰ ਲੋੜ। ਜਿੰਨੀ ਤੁਹਾਡੀ ਫ੍ਰੀਜ਼ਰ ਜਿਹੜਾ ਉਹ ਤੁਹਾਡਾ ਫੁੱਲ ਰਹਿੰਦਾ, ਇਹ ਸਮਝ ਲਓ ਵੀ ਤੁਹਾਡਾ ਮਿਹਦਾ ਓਨਾ ਹੀ ਬਸ ਬਿਮਾਰੀਆਂ ਨਾਲ ਫੁੱਲ ਰਹਿਣਾ ਵਾ, ਕਿਉਂਕਿ ਤੁਸੀਂ ਆਲਰੇਡੀ ਉਹ ਫ੍ਰਿਜਡ ਖਾਣਾ ਗਰਮ ਕਰਕੇ ਖਾਣਾ, ਤਾਜ਼ਾ ਵਾਲਾ ਤਾਂ ਤੁਸੀਂ ਭੁੱਲ ਜਾਂਦੇ ਹੋ। ਹੁਣ ਆਪਾਂ ਕਹਿਣਾ ਕਿ ਲਾਈਫ ਸਟਾਈਲ ਇੰਨਾ ਤਾਂ ਨਹੀਂ ਸਾਡਾ ਕਿ ਸਾਡੇ ਲਈ ਆਪਦੇ ਕੋਲੇ ਵੀ ਟਾਈਮ ਨਾ ਹੋਵੇ, ਸਾਡੇ ਆਪਦੇ ਲਈ ਟਾਈਮ ਨਾ ਹੋਵੇ, ਬੱਚਿਆਂ ਲਈ ਟਾਈਮ ਨਾ ਹੋਵੇ। ਸੋ ਇਹ ਆ ਫੂਡ ਵੇਸਟ ਕਰਨ ਤੋਂ ਬਚਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਔਫਰਾਂ ਲੱਗੀਆਂ ਨੇ, ਔਫਰਾਂ ਨਹੀਂ ਹੁੰਦੀਆਂ ਅਸਲ ਦੇ ਵਿੱਚ। ਅਸਲ ਦੇ ਵਿੱਚ ਉਹ ਤੁਹਾਡਾ ਉੱਥੇ ਉਹ ਤੁਹਾਡੀ ਬੁੱਧੀ ਸੇਵਿੰਗ ਤੇ ਡਾਕਾ ਹੁੰਦਾ ਆ। ਹਾਂ, ਸੇਵਿੰਗ ਤੇ ਡਾਕਾ ਤੇ ਤੁਹਾਡੀ ਬੁੱਧੀ ਪਰੀਖਣੀ ਹੋ ਰਿਹਾ ਹੁੰਦਾ ਇੱਕ ਹਿਸਾਬ ਨਾਲ ਵਾਹ, ਵੀ ਵਾਹ! ਤੁਸੀਂ ਤੁਸੀਂ ਇਮਤਿਹਾਨ ਚੋਂ ਹੀ ਲੰਘ ਰਹੇ ਹੁੰਦੇ ਲੰਘ ਸਮਝੋ। ਰਹੇ ਆ, ਹਾਂ ਵਾਹ! ਬਿਲਕੁਲ। ਸੋ ਅੱਜ ਵੈਸੇ ਸਾਨੂੰ ਸੁਣਨ ਵਾਲੇ ਕਹਿਣਗੇ ਵੀ ਇਹ ਅੱਜ ਬਾਬੇ ਬਣੇ ਬੈਠੇ ਆ, ਤੇ ਏਦਾਂ ਦਾ ਨਹੀਂ ਹੈ। ਪਰ ਇਹ ਚੀਜ਼ਾਂ ਜ਼ਰੂਰ ਜਦੋਂ ਤੁਸੀਂ ਸੁਣੋਗੇ, ਥਿਊਰੀਜ਼ ਨੂੰ ਸੁਣੋਗੇ, ਜਦੋਂ ਤੁਸੀਂ ਕਿ ਮਾਰਕੀਟਿੰਗ ਥਿਊਰੀਜ਼ ਕੀ ਆ, ਕਿਵੇਂ ਇਨਫਲੇਸ਼ਨ ਦੇ ਵਿੱਚ ਵੱਡੀਆਂ ਕੰਪਨੀਆਂ ਸਰਵਾਈਵ ਕਰ ਜਾਂਦੀਆਂ ਨੇ। ਉਹਨਾਂ ਕੋਲੇ ਬਹੁਤ ਸਾਰੇ ਰਾਹ ਹੁੰਦੇ ਨੇ, ਸ਼ਾਂਤੀ ਕਰ ਦਿੰਦੀਆਂ ਨੇ, ਔਫਰਾਂ ਲਾ ਦਿੰਦੀਆਂ ਨੇ, ਨਹੀਂ ਜੀ, ਉਹਨਾਂ ਦਾ ਉਹਦੇ ਵਿੱਚ ਮੈਂ ਸੌਰੀ ਪ੍ਰਵੀਨ, ਮੈਂ ਤੁਹਾਡੀ ਗੱਲ ਨੂੰ ਇੱਥੇ ਜੀ, ਕੱਟ ਰਿਹਾ। ਇਹਦੇ ਵਿੱਚ ਇਹੀ ਹੁੰਦਾ ਵੀ ਉਹਨਾਂ ਕੋਲ ਸੇਵਿੰਗ ਪਈਆਂ ਹੁੰਦੀਆਂ ਜੀ। ਜੀ, ਜਿਹੜੀਆਂ ਜੀ, ਵੱਡੀਆਂ ਕੰਪਨੀਆਂ ਕੋਲ ਆ ਨਾ, ਉਹਨਾਂ ਨੇ ਜਿਹੜੇ ਡਾਲਰ ਆ ਆਪਣੇ ਬਚਾ ਕੇ ਰੱਖੇ ਆ। ਇੱਕ ਬਜਟਿੰਗ ਦੇ ਲਈ ਬੜਾ ਵਧੀਆ ਰੂਲ ਮੰਨਿਆ ਜਾਂਦਾ ਆ, ਉਹ ਮੈਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਆ। ਉਹਨੂੰ ਕਹਿੰਦੇ ਆ 50-20-30 ਜਾਂ 50-30-20। ਜੀ, ਉਹਦਾ ਕੀ ਮਤਲਬ ਆ ਵੀ ਜਿੰਨੀ ਤੁਹਾਡੀ, ਜਿਹੜੀ ਮੈਂ ਪਹਿਲੋਂ ਗੱਲ ਆਖੀ ਸੀਗੀ, ਵੀ ਜਿੰਨੀ ਤੁਹਾਡੀ ਘਰ ਦੇ ਵਿੱਚ ਆ ਰਹੇ ਆ, ਡਾਲਰ ਆ ਰਹੇ ਆ, ਕੈਸ਼ ਆ ਰਿਹਾ ਹੈ, ਜਾਂ ਬੈਂਕਾਂ 'ਚ ਡਾਇਰੈਕਟ ਡਿਪੋਜ਼ਿਟ ਹੋ ਰਹੇ, ਜਿੱਦਾਂ ਵੀ ਆ, ਕਮਾਈ ਜਿੰਨੀ ਆ, 50% ਉਸ ਦੇ ਵਿੱਚੋਂ ਤੁਸੀਂ ਨੀਡਸ ਦੇ ਉੱਤੇ ਖਰਚਣਾ ਆ। ਵੀ ਆਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਜਿਨ੍ਹਾਂ 'ਚ ਗੈਸ, ਬਿਜਲੀ, ਰਾਸ਼ਨ ਪਾਣੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ, ਵੀ ਹਾਂ ਇਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ, ਆਪਾਂ ਨੂੰ ਕਰਨਾ ਹੀ ਪੈਣਾ। 50% ਤੋਂ ਵੱਧ ਤੁਸੀਂ ਇਸ ਦੇ ਵਿੱਚ ਖਰਚਾ ਨਾ ਕਰੋ। ਜੀ, ਆਪਾਂ ਬਹੁਤ ਵਾਰੀ ਦੇਖਿਆ ਆ ਵੀ ਹੁਣ ਨਿਆਣੇ ਵੀ ਤੇ ਕੀ ਸਿਆਣੇ ਵੀ, ਕ ਕਦੀ-ਕਦੀ ਰੋਟੀ ਬਾਹਰੋਂ ਖਾ ਲਈ, ਉਹ ਦੈਟਸ ਓਕੇ, ਜਾਇਜ਼ ਆ। ਪਰ ਐਵਰੀਡੇ ਬਾਹਰੋਂ ਜਿਹੜੀ ਉਹ ਖਾਣੀ, ਹੂੰ, ਹੂੰ, ਐਵਰੀਡੇ ਚੀਜ਼ ਕਰਨੀ, ਭਾਈ ਉਹ ਤਾਂ ਮਹਿੰਗੀ ਹੋਈ ਪੈਣੀ ਆ। ਉਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਕਹਿੰਦੇ ਵੀ ਉਹਦੇ ਵਿੱਚੋਂ ਜਿਹੜੇ ਬਚੇ 50% ਨੇ ਤੁਹਾਡੀ ਇਨਕਮ ਦੇ, ਉਹ 'ਚੋਂ 30% ਜਿਹੜੀਆਂ ਤੁਹਾਡੀਆਂ ਵਾਂਟਸ ਆ, ਵੀ ਹਾਂ ਚੱਲ ਮੈਂ ਆਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਜਿਹੜੀਆਂ ਉਹਦੇ ਵਿੱਚ ਦਾਇਰੇ 'ਚ ਆਉਂਦੀਆਂ, ਉਹੀ ਤੁਸੀਂ ਲਓ। 20% ਹਰ ਹਾਲਤ ਵਿੱਚ ਤੁਸੀਂ ਆਪਣੀ ਇਨਕਮ ਦੀ ਸੇਵਿੰਗ ਜਿਹੜੀ ਆ, ਉਹ ਤੁਸੀਂ ਕਰੋ। ਇਹ ਸੇਵਿੰਗ ਨੇ ਹੀ ਇਵੈਂਚੁਅਲੀ ਮਾੜੇ ਟਾਈਮ 'ਚੋਂ ਤੁਹਾਨੂੰ ਬਚਾਉਣਾ ਹੁੰਦਾ ਆ। ਉਹ ਤਾਂ ਆਪਾਂ ਜਿਹੜੇ ਕਲਚਰ ਤੋਂ, ਸੱਭਿਆਚਾਰ 'ਚੋਂ ਆਏ ਆ, ਇਹ ਆਪਾਂ ਨੂੰ ਸੇਵਿੰਗ ਦੀ ਤਾਂ ਜਿਹੜਾ ਗੋਰਾ ਆਪਾਂ ਨੂੰ ਪਹਿਲੋਂ ਹੀ ਸਿਖਾਇਆ ਗਿਆ ਹੁੰਦਾ ਆ, ਵੀ ਹੂੰ, ਭਾਈ ਆਹ ਚੀਜ਼ ਜਿਹੜੀ ਉਹ ਤੁਸੀਂ ਕਰੋ। ਜੀ, ਐਵੇਂ ਅੱਡੀਆਂ ਚੱਕ ਕੇ ਫਾਹੇ ਲੈਣ ਦੀ ਜ਼ਰੂਰਤ ਨਹੀਂ। ਅਮਰੀਕਨਸ ਦੇ ਉੱਤੇ ਇਸ ਮੌਕੇ ਸਟੈਗਰਿੰਗ ਨੰਬਰ ਆ, ਹੈਰਾਨ ਕਰਨ ਵਾਲਾ, ਜਿਹਨੂੰ ਆંકੜਾ ਕਹਿੰਦੇ ਆ, $15 ਟ੍ਰਿਲੀਅਨ ਦਾ ਕਰਜ਼ਾ ਆ। 15 ਟ੍ਰਿਲੀਅਨ, ਟੀ ਵਾਲੇ ਟ੍ਰਿਲੀਅਨ ਦੇ ਨਾਲ ਉਹ ਪਹਿਲੋਂ ਜੀ, ਮਿਲੀਅਨ ਆਉਂਦਾ, ਫਿਰ ਬਿਲੀਅਨ ਆਉਂਦਾ, ਫਿਰ ਟ੍ਰਿਲੀਅਨ ਆਉਂਦਾ। ਵੀ ਹੂੰ, $15 ਟ੍ਰਿਲੀਅਨ ਦਾ ਅਮਰੀਕਨਸ ਦੇ ਉੱਤੇ, ਸਿਰ ਦੇ ਉੱਤੇ ਇਸ ਟਾਈਮ ਕਰਜ਼ਾ ਆ। ਇਹ 2020 ਦੇ ਤੀਜੇ ਕੁਆਟਰ ਦੀ ਗੱਲ ਆ। ਆਪਾਂ 2022 ਦੇ ਦੂਜੇ ਕੁਆਟਰ ਜਿਹੜਾ ਉਹ ਲੰਘ ਚੁੱਕੇ ਹੈਗੇ ਆ। ਸੋ ਵੀ ਉਹਨੇ ਵੀ ਵੱਡੀ ਕਾਰ ਲਈ ਤੇ ਹੁਣ ਮੈਂ ਵੀ ਲੈਣੀ ਆ, ਤੇ ਚੱਲ ਕਰਜ਼ਾ ਤਾਂ ਦੇ ਹੀ ਦੇਣਾ। ਬੈਂਕਾਂ ਨੂੰ ਤੇ ਮੁਨਾਫਾ ਹੀ ਮੁਨਾਫਾ ਆ। ਬੈਂਕਾਂ ਨੇ ਤੇ ਹੂੰ, ਕਹਿਣਾ ਵੀ ਚੱਕੋ ਕਰਜ਼ੇ ਕਰਜ਼ਾ, ਦੇਣ ਵਾਸਤੇ ਸਾਨੂੰ ਕੀ ਆ, ਇੰਟਰਸਟ ਮਿਲਦਾ ਆ, ਸਾਨੂੰ ਨਜ਼ਾਰੇ ਆ।
ਆ ਜਿਹੜੇ ਹੁਣ ਸਿੰਗਲ ਫੈਮਿਲੀ ਹੋਮਸ ਦਾ ਜਿਹੜਾ ਦੌਰ ਚੱਲਿਆ ਨਾ, ਇਹ ਮੈਂ ਇੱਕ ਵਾਰੀ ਇੱਕ ਥਾਂ ਦੇ ਉੱਤੇ ਪੜ੍ਹ ਰਿਹਾ ਸੀ ਵੀ ਇਹ ਜਿਹੜੇ ਜੁਆਇੰਟ ਪਰਿਵਾਰਾਂ ਨੂੰ ਤੋੜਨ ਦਾ ਕੰਮ ਹੀ ਬੈਂਕਾਂ ਦਾ ਰਿਹਾ। ਰੀਜ਼ਨ ਉਹਦੇ ਵਿੱਚ ਕੀ ਆ, ਕਹਿੰਦੇ ਯਾਰ ਜੇ 4 ਭਰਾ ਇਕੱਠੇ ਆ, 3 ਭਰਾ ਇਕੱਠੇ ਆ, 3 ਪਰਿਵਾਰ ਇਕੱਠੇ ਰਹਿੰਦੇ ਆ, ਉਹਨਾਂ ਇੱਕੋ ਘਰ 'ਚ ਰਹਿਣਾ ਤੇ ਸਾਨੂੰ ਕੀ ਮੁਨਾਫਾ ਹੋਇਆ? ਆਪਾਂ ਪਰਿਵਾਰ ਤੋੜੀਏ, ਇਹ ਜਿਹੜੀਆਂ ਜੁਆਇੰਟ ਫੈਮਿਲੀਜ਼ ਆ ਉਹਨੂੰ ਨਿਊਕਲੀਅਰ ਫੈਮਿਲੀਜ਼ ਬਣਾਈਏ। 3 ਘਰ ਹੋ ਗਏ, 3 ਇੰਟਰਸਟ ਰੇਟ ਜਿਹੜੇ ਉਹ ਵੱਖੋ ਵੱਖਰੇ ਆ ਤੇ 3 ਘਰ ਉਹਨਾਂ ਨੇ ਜਿਹੜੇ ਉਹ ਬਣਾ ਕੇ ਵੇਚਤੇ ਤੇ ਆਪਣਾ ਮੁਨਾਫਾ ਜਿਹੜਾ ਉਹ ਵਿੱਚ ਦੇ ਵਿੱਚ ਜਿਹੜਾ ਉਹ ਨਾਲ-ਨਾਲ ਕੱਟਿਆ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਨੂੰ ਧਿਆਨ ਦੇ ਨਾਲ ਦੇਖਣਾ ਚਾਹੀਦਾ ਆ। ਪੱਥਰ ਚੱਟ ਕੇ ਮੱਛੀ ਮੁੜ ਤਾਂ ਰਹੀ ਆ, ਪਰ ਅਜੇ ਵੀ ਪੱਥਰ ਵੱਲ ਨੂੰ ਜਾ ਰਹੀ ਆ ਮੱਛੀ ਬਹੁਤ। ਸੋ ਆਪਾਂ ਨੂੰ ਨਾ ਉਹ ਚੀਜ਼ਾਂ ਵੱਲ ਨੂੰ ਬਹੁਤ ਧਿਆਨ ਦੇ ਨਾਲ ਚੱਲਣ ਦੀ ਜਿਹੜੀ ਜ਼ਰੂਰਤ ਆ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣੀਆਂ ਜਿਹੜੀਆਂ ਇਹਨਾਂ ਨੂੰ ਟੈਂਪਟੇਸ਼ਨ ਸ਼ਬਦ ਵਰਤ ਦਿੱਤਾ ਜਾਂਦਾ, ਜਿਹੜੀਆਂ ਤ੍ਰਿਸ਼ਨਾਵਾਂ ਹੁੰਦੀਆਂ ਆ ਨਾ, ਉਹਨਾਂ ਜੀ, ਜੀ। ਉੱਤੇ ਆਪਾਂ ਨੂੰ ਥੋੜ੍ਹਾ ਜਿਹਾ ਕਾਬੂ ਕਰਨ ਦੀ ਜ਼ਰੂਰਤ ਆ। ਦੂਜੇ ਵੱਲ ਦੇਖ ਕੇ ਝੁੱਗਾ ਚੌੜ ਆਪਾਂ ਨਹੀਂ ਕਰਾਉਣਾ। ਜਿੰਨੀ ਜ਼ਰੂਰਤ ਆ ਉਸ ਹਿਸਾਬ ਦੇ ਨਾਲ ਜਿਹੜਾ ਆ ਉਹ ਆਪਣਾ ਖਰਚਾ ਜਿਹੜਾ ਉਹ ਕਰਨਾ। ਜੀ, ਜੀ, ਜੀ। ਇੱਕ ਨਾ ਕਿਸੇ ਨੇ ਬੜੀ ਵਧੀਆ ਗੱਲ ਕਹੀ ਹੈ, ਉਹ ਕਹਿੰਦਾ ਦੁਨੀਆ ਦੇ ਵਿੱਚ ਕੁਛ ਵੀ ਸਿੱਧਾ-ਸਿੱਧਾ ਨਹੀਂ ਹੈ, ਹੂੰ, ਹੂੰ, ਸਾਰਾ ਹੂੰ। ਕੁਛ ਗੋਲ ਹੈ, ਦੁਨੀਆ ਗੋਲ ਹੈ। ਜੇ ਤੁਹਾਡਾ ਦਿਮਾਗ ਦੇ ਵਿੱਚ ਫਤੂਰ ਭਰ ਗਿਆ ਕਿਸੇ ਵੀ ਲਗਜ਼ਰੀ ਚੀਜ਼ ਨੂੰ, ਮੰਨ ਲਓ ਫੋਰ ਐਗਜ਼ਾਮਪਲ ਤੁਹਾਡਾ ਕਾਰ ਨੂੰ ਦਿਲ ਕਰਿਆ ਆ, ਤੁਸੀਂ ਕਾਰ ਲੈ ਲਈ, ਚਲਾਉਣੀ ਤੁਹਾਡੇ ਹੱਥਾਂ ਨੇ ਹੈ, ਝੂਟੇ ਤੁਸੀਂ ਦੂਜਿਆਂ ਨੂੰ ਦੇਣੇ ਹੈ। ਬਾਅਦ ਦੇ ਵਿੱਚ ਜਦੋਂ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਆਇਆ ਸੀ ਕਾਰ ਲੈਣੀ ਹੈ, ਜਦੋਂ ਉਹਦੀਆਂ ਕਿਸ਼ਤਾਂ ਜਾਣੀਆਂ, ਇੰਸਟਾਲਮੈਂਟ ਜਾਣੀਆਂ, ਸਟ੍ਰੈਸ ਤੁਹਾਡੇ ਦਿਮਾਗ ਤੇ ਹੀ ਆਉਣਾ ਹੈ। ਦੁਨੀਆ ਦੇ ਵਿੱਚ ਕੁਛ ਵੀ ਸਿੱਧਾ ਨਹੀਂ ਹੈ, ਸਭ ਕੁਛ ਗੋਲ ਹੈ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਇਸ ਦੌਰ ਦੇ ਵਿੱਚ, ਮਹਿੰਗਾਈ ਦੇ ਦੌਰ ਦੇ ਵਿੱਚ, ਖਾਸ ਕਰਕੇ ਜਦੋਂ ਉੱਤੇ ਤਲਵਾਰ ਲਟਕਦੀ ਹੋਵੇ ਛਾਂਟੀਆਂ ਦੀ, ਕਾਰੋਬਾਰ ਠੰਡੇ ਪੈਣ ਦੀ, ਤਾਂ ਉਹਨਾਂ ਦੌਰਾਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਮੇਨਟੇਨ ਰੱਖਣਾ, ਜੇਬਾਂ ਕਿਵੇਂ ਬਚਾ ਕੇ ਰੱਖਣੀਆਂ। ਸੋ ਅੱਜ ਦਾ ਸਾਡਾ ਇਹ ਐਪੀਸੋਡ ਇਸੇ ਤੇ ਸੀ ਜੀ। ਜੀ, ਤੇ ਹੁਣ ਲਈਏ ਜੀ ਆਪਾਂ ਇਜਾਜ਼ਤ। ਇਸ ਤੋਂ ਜੀ, ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ, ਘਰ ਸੰਸਾਰ। ਸੋ ਉਹਨਾਂ ਦੇ ਨਾਲ ਜਿਹੜੇ ਰੈਸਪੀਜ਼, ਖੇਤੀਬਾੜੀ, ਘਰੇਲੂ ਬਗੀਚੀ, ਉਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਹੋਣਗੀਆਂ, ਸੋ ਉਸ ਦੇ ਵਿੱਚ ਵੀ ਤੁਸੀਂ ਪੂਰਾ ਸਾਥ ਦਿਓ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ। ਇਹ ਪ੍ਰਵੀਨ ਸ਼ਰਮਾ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।